साहिब जी। वाहिगुरु वाहिगुरु साहिब जी। नास वंजो किल विखो करता घर आया। नास वंजो किल विखो करता घर आया। दूत है दहन भया गोबिंद प्रगटाया। प्रगटे गोपाल गोबिंद लालन साध संग बखाणिया। आचरज डीठा गोबिंद मीठा गुर प्रसादी जानिया। आचरज डीठा अम्यो बूठा गुर प्रसादी जानिया। मन शांत आई वजी बधाई। नह अंत जाए पाया। बिनवंत नानक सुख सहज मेला। प्रभु आप बनाया। वह प्रगटियो मर्द अगमड़ा। वरयाम अकेला। वाह वाह गोबिंद सिंह आपे गुर चेला। वाह वाह गोबिंद सिंह आपे गुर चेला। बेशुमार अथाह अगनति अतुल। त्यों बुलावहु त्यों नानक दास बोले। परम सत्कारयोग वालिए कुल आलम सरवरे कायनात शाहे शहनशाह नूरे नज़र दसां पातशाहियां दी जागदी जोत तख्त जबर छत्र के मालक
ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਲੌਕਿਕ ਤੇ ਸੁੰਦਰ ਸਜ ਰਹੇ ਪਾਵਨ ਦਰਬਾਰ ਦੇ ਅੰਦਰ ਧੰਨ ਸਾਹਿਬ ਮਰਦ ਅਗੰਮੜੇ ਨੀਲੇ ਦੇ ਸ਼ਾਹ ਸਵਾਰ ਮਾਤਾ ਗੁਜਰੀ ਜੀ ਦੇ ਰਾਜ ਦੁਲਾਰੇ ਗੁਰੂ ਤੇਗ ਬਹਾਦਰ ਮਹਿਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲਾਂ ਦੇ ਤਾਰੇ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਮਨਾ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਪਾਤਸ਼ਾਹ ਜੀ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ ਹੈ। ਸਾਨੂੰ ਉਸ ਗੁਰੂ ਦੇ ਸਿੱਖ ਅਖਵਾਉਣ ਦਾ ਹੱਕ ਪ੍ਰਾਪਤ ਹੋਇਆ ਹੈ, ਜਿਸ ਗੁਰੂ ਨੇ ਇਸ ਸੰਸਾਰ ਦੇ ਵਿੱਚ ਆਣ ਕਰਕੇ ਉਸ ਪਰਮਾਤਮਾ ਦੇ ਨਾਲ ਇਸ ਇਨਸਾਨ ਨੂੰ ਮਿਲਣ ਦਾ ਕੰਮ ਕੀਤਾ ਹੈ। ਉਹ ਕਾਰਜ ਜੋ ਇਸ ਦੁਨੀਆ ਦੇ ਵਿੱਚ ਅੱਜ ਤੱਕ ਨਾ ਤਾਂ ਕੋਈ ਦੇਵੀ ਦੇਵਤਾ, ਨਾ ਕੋਈ ਰਹਿਬਰ ਪੀਰ ਪੈਗੰਬਰ ਔਲੀਆ ਇਸ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਕਰ ਸਕਿਆ। ਸੋ ਉਸ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਰਪਿਤ ਹੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਪ੍ਰਗਟ ਦਿਵਸ ਨੂੰ ਮਨਾਉਂਦਿਆਂ ਹੋਇਆਂ, ਜਿੱਥੇ ਮਹਾਰਾਜ ਜੀ ਨੇ ਆਪਣੀ ਗੋਦੀ ਵਿੱਚ ਬੈਠਣ ਦਾ ਇਹ ਸੁਭਾਗਾ ਅਵਸਰ ਬਖਸ਼ਿਸ਼ ਕੀਤਾ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਅੰਦਰੋਂ ਕੁਝ ਕੁ ਵਿਚਾਰਾਂ ਆਪਾਂ ਸਰਵਣ ਕਰਨ ਦੇ ਲਈ ਇਕੱਤਰ ਵੀ ਹੋਏ ਹਾਂ। ਜਿੰਨਾ ਕੁ ਸਮਾਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੋਦੀ ਵਿੱਚ ਬੈਠੀਏ, ਇਹ ਅਰਦਾਸ ਕਰੀਏ ਮਹਾਰਾਜ ਸਾਡਾ ਇਹ ਸਮਾਂ ਲੇਖੇ ਵਿੱਚ ਲੱਗ ਜਾਵੇ। ਪਿਤਾ ਜੀ ਕਿਰਪਾ ਕਰਿਓ, ਰਹਿਮਤ ਬਖਸ਼ਿਸ਼ ਕਰਿਓ, ਜੋ ਅਸੀਂ ਆਪਣਾ ਮਨ ਕਰਕੇ ਔਰ ਤਨ ਕਰਕੇ ਆਪ ਜੀ ਦੀ ਹਜ਼ੂਰੀ ਵਿੱਚ ਰਹੀਏ। ਸੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਆਓ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਈਏ, ਮਹਾਰਾਜ ਜੀ ਤੋਂ ਆਗਿਆ ਵੀ ਲਈਏ ਤੇ ਅਰਦਾਸ ਬੇਨਤੀ ਵੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਿਓ, ਦਇਆ ਕਰਿਓ। ਕੁਝ ਆਪ ਜੀ ਦੀ ਗੋਦੀ ਵਿੱਚ ਬੈਠ ਕਰਕੇ ਸਿੱਖ ਕਰਕੇ ਜਾਈਏ। ਕੁਝ ਲੈਣ ਆਏ ਹਾਂ, ਦੇਣ ਵਾਲੇ ਤਾਂ ਅਸੀਂ ਕੁਝ ਨਹੀਂ। ਕੁਝ ਸਿੱਖ ਕਰਕੇ ਜਾਈਏ ਜਿਸ ਦੇ ਨਾਲ ਸਾਡਾ ਵੀ ਜੀਵਨ ਸਫਲ ਹੋ ਜਾਵੇ। ਅਰਦਾਸ ਕਰਦਿਆਂ ਹੋਇਆ ਨਿਮਰਤਾ ਸਹਿਤ ਹੱਥ ਜੋੜੋ ਤੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਣੇ ਗੁਰੂ ਦੀ ਵਡਿਆਈ ਕਰਨੀ ਹੋਵੇ ਨਾ, ਆਪਣਾ ਜਾਣ ਕਰਕੇ ਹਰੇਕ ਗੁਰਸਿੱਖ ਆਪਣੇ ਗੁਰੂ ਦੀ ਵਡਿਆਈ ਕਰ ਸਕਦਾ ਹੈ। ਹਰੇਕ ਇਨਸਾਨ ਨੂੰ ਜੀਵ ਨੂੰ ਇਹ ਅਧਿਕਾਰ ਹੈ ਉਹ ਆਪਣੇ ਆਪਣੇ ਇਸ਼ਟ ਦੀ ਵਡਿਆਈ ਕਰੇ ਜਾਂ ਕਰ ਸਕਦਾ ਹੈ। ਜਿਹੜਾ ਆਪਣਾ ਹੋਇਆ ਕਰਦਾ ਉਸ ਦੀ ਵਡਿਆਈ ਤਾਂ ਅਸੀਂ ਕਰਦੇ ਹੀ ਹਾਂ, ਕਿਉਂਕਿ ਉਹ ਸਾਡਾ ਆਪਣਾ ਹੈ। ਔਰ ਆਨੰਦ ਉਦੋਂ ਆਉਂਦਾ ਹੈ ਜਦੋਂ ਕੋਈ ਬੇਗਾਨਾ ਸਾਡੇ ਗੁਰੂ ਦੀ, ਸਾਡੇ ਇਸ਼ਟ ਦੀ, ਸਾਡੇ ਪਰਮੇਸ਼ਰ ਦੀ ਵਡਿਆਈ ਕਰੇ। ਕਿਉਂਕਿ ਆਪਣਿਆਂ ਦੀ ਤੇ ਆਪਣੇ ਕਰਦੇ ਹੀ ਨੇ।
ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਜੀਵਨ ਜਾਚਦੇ ਹਾਂ, ਉਦੋਂ ਇਹ ਮਹਿਸੂਸ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਬੜੀ ਕੀਤੀ ਹੈ। ਆਪਾਂ ਜੇ ਜ਼ਿਕਰ ਕਰੀਏ, ਗੁਰਦੇਵ ਪਾਤਸ਼ਾਹ ਜੀ ਅਜਿਹੇ ਨੇ ਜਿਨ੍ਹਾਂ ਦੀ ਕਲਮ ਉਹਨਾਂ ਦੀ ਵੀ ਚੱਲੀ ਹੈ, ਔਰ ਉਹ ਕਲਮ ਜਦੋਂ ਚੱਲੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਜਦੋਂ ਮਹਾਰਾਜ ਜੀ ਦੀ ਕਲਮ ਚੱਲੀ ਹੈ ਨਾ, ਉਦੋਂ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਹੜੀ ਗੁਰਬਾਣੀ ਦਰਜ ਹੈ, ਉਹਦੇ ਵਿੱਚ ਵੀ ਉਸ ਪਰਮੇਸ਼ਰ ਦੀ ਵਡਿਆਈ ਹੈ। ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ ਤੇ ਗੁਰੂ ਦੀ ਵਡਿਆਈ ਹੈ। ਜਦੋਂ ਅਸੀਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਮਨ ਦੇ ਵਿੱਚ ਭੁਲੇਖਾ ਪੈਂਦਾ ਹੈ ਵੀ ਇਹ ਵੀ ਤਾਂ ਆਮ ਇਨਸਾਨਾਂ ਵਰਗੇ ਹੀ ਨੇ ਜਾਂ ਉਹਨਾਂ ਤੋਂ ਵੱਖ ਨੇ। ਜੇ ਉਹਨਾਂ ਤੋਂ ਵੱਖ ਨੇ ਤੇ ਰੱਬ ਕਿਹੋ ਜਿਹਾ ਹੋਵੇਗਾ? ਜਿਹੜੇ ਰੱਬ ਦੀ ਗੁਰੂ ਸਾਹਿਬ ਨੇ ਵਡਿਆਈ ਕੀਤੀ ਹੈ, ਗੁਰਬਾਣੀ ਦੇ ਵਿੱਚ ਵਡਿਆਈ ਹੋਈ ਹੈ, ਉਹ ਰੱਬ ਕਿਹੋ ਜਿਹਾ ਹੋਵੇਗਾ? ਤੇ ਉਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਅਸੀਂ ਗੁਰਬਾਣੀ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰੀਏ ਵੀ ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਗੁਰਬਾਣੀ ਦੇ ਵਿੱਚ ਭੱਟ ਨਲ ਜਿਹੜੇ ਨੇ ਨਾ, ਭੱਟਾਂ ਦੀ ਬਾਣੀ ਦਰਜ ਹੈ, ਉਹਦੇ ਵਿੱਚ ਬੜਾ ਸੁੰਦਰ ਫਰਮਾਨ ਕਰਦੇ ਨੇ। ਕਹਿੰਦੇ ਇਨਸਾਨ ਕੱਚਾ ਹੋਵੇ ਨਾ ਤੇ ਉਹ ਸੋਨੇ ਦੀ ਤਰ੍ਹਾਂ ਪੱਕਾ ਹੋ ਜਾਇਆ ਕਰਦਾ, ਕਿਉਂਕਿ ਸੋਨੇ ਦੀ ਕੀਮਤ ਪੈਂਦੀ ਹੈ ਇਸ ਸੰਸਾਰ ਦੇ ਵਿੱਚ। ਕੱਚ ਦੀ ਕੋਈ ਕੀਮਤ ਨਹੀਂ ਇੰਨੀ। ਕੱਚ ਹੈ ਸਾਡੇ ਕੋਲ, ਟੁੱਟ ਗਿਆ ਧੇਲੇ ਦਾ ਨਹੀਂ, ਸੋਨਾ ਟੁੱਟਿਆ ਹੋਇਆ ਫੇਰ ਵੀ ਕੀਮਤ ਦੇ ਜਾਂਦਾ ਹੈ। ਕਿਤੇ ਗਹਿਣਾ ਕੋਈ ਟੁੱਟ ਜਾਵੇ ਨਾ, ਉਹਦੀ ਕੀਮਤ ਫੇਰ ਵੀ ਜੌਹਰੀ ਪਾ ਦਿੰਦਾ ਹੈ, ਸੁਨਿਆਰਾ ਪਾ ਦਿੰਦਾ ਹੈ। ਪਰ ਜੇ ਕੱਚ ਟੁੱਟ ਗਿਆ ਨਾ, ਕੱਚ ਦੀ ਕੀਮਤ ਜਿੱਥੋਂ ਦੁਕਾਨ ਤੋਂ ਅਸੀਂ ਲਿਆਂਦਾ ਹੈ ਨਾ ਕੱਚ, ਉਹ ਵੀ ਨਹੀਂ ਕੀਮਤ ਪਾਵੇਗਾ। ਇੱਥੇ ਤੱਕ ਕਿ ਟੁੱਟੇ ਹੋਏ ਕੱਚ ਨੂੰ ਤਾਂ ਕਵਾੜੀਏ ਵੀ ਨਹੀਂ ਲੈ ਕਰਕੇ ਜਾਂਦੇ। ਸੋਨਾ ਕਿਤੇ ਮਿਲ ਜਾਵੇ, ਚਾਹੇ ਕਿਸੇ ਗਹਿਣੇ ਦਾ ਛੋਟਾ ਜਿਹਾ ਅੰਗ ਹੀ ਮਿਲ ਜਾਵੇ ਨਾ, ਉਹਦੀ ਵੀ ਕੀਮਤ ਹੈ। ਤੇ ਜਦੋਂ ਇਨਸਾਨ ਗੁਰੂ ਦੇ ਨਾਲ ਮਿਲਦਾ ਹੈ, ਗੁਰੂ ਦੀ ਬਾਣੀ ਪੜ੍ਹਦਾ ਹੈ, ਗੁਰੂ ਦੇ ਸ਼ਬਦ ਨੂੰ ਉਚਾਰਨ ਕਰਦਾ ਹੈ, ਫਿਰ ਇਨਸਾਨ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਕਿਉਂਕਿ ਰੱਬ ਹੀ ਇਹ ਬਦਲਾ ਲਿਆ ਸਕਦਾ ਹੈ। ਜੇ ਰੱਬ ਬਦਲਾ ਲਿਆ ਸਕਦਾ ਤਾਂ ਗੁਰੂ ਦਾ ਕਰਮ ਕੀ ਹੈ? ਭੱਟ ਨਲ ਜੀ ਉਚਾਰਨ ਕਰਦੇ ਨੇ, ਕਹਿੰਦੇ ਕਛਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਦੇਖੋ ਪੰਕਤੀ ਇੱਕ ਹੈ, ਇਹਦੇ ਵਿੱਚ ਬੋਲ ਜਿਹੜੇ ਨੇ ਨਾ ਉਹ ਮਨ ਨੂੰ ਟੁੰਬਦੇ ਨੇ। ਕਛਹੁ, ਕੱਚੋ ਕਹਿੰਦੇ ਨੇ ਕੱਚ ਨੂੰ, ਕੱਚੇ ਜਿਹੜੇ ਨੇ। ਕੰਚਨ ਭਇਓ ਕਹਿੰਦੇ ਉਹ ਸੋਨੇ ਦੇ ਵਾਂਗੂ ਪਵਿੱਤਰ ਹੋ ਗਏ। ਕਦੋਂ? ਸ਼ਬਦ ਗੁਰ ਸ਼ਰਵਣੈ ਸੁਣਿਓ। ਸ਼ਰਵਣ ਕਹਿੰਦੇ ਨੇ ਕੰਨਾਂ ਨੂੰ। ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨੂੰ ਅਸੀਂ ਕੰਨਾਂ ਦੇ ਰਾਹੀਂ ਸੁਣ ਲਈਏ ਤੇ ਕੱਚਿਆਂ ਤੋਂ ਪੱਕੇ ਹੋ ਜਾਈਦਾ ਹੈ। ਹੁਣ ਥੋੜਾ ਜਿਹਾ ਆਪਣੇ ਬਾਰੇ ਵਿਚਾਰ ਕਰੀਏ ਵੀ ਅਸੀਂ ਗੁਰੂ ਦਾ ਸ਼ਬਦ ਸੁਣਦੇ ਹਾਂ ਕਿ ਸਿਰਫ ਗੁਰੂ ਦੇ ਦਰਸ਼ਨ ਕਰਨ ਹੀ ਆਉਂਦੇ ਹਾਂ? ਜੇ ਗੁਰੂ ਦਾ ਸ਼ਬਦ ਸੁਣਿਆ ਹੈ ਤੇ ਸਾਡੇ ਜੀਵਨ ਦੇ ਵਿੱਚ ਕੀ ਪ੍ਰਾਪਤੀ ਹੋਈ ਹੈ? ਕੀ ਅਸੀਂ ਗੁਰੂ ਦੇ ਸ਼ਬਦ ਤੋਂ ਸਿੱਖਿਆ ਲਈ ਹੈ? ਕੀ ਕੰਨਾਂ ਦੇ ਰਾਹੀਂ ਸੁਣ ਕਰਕੇ ਅਸੀਂ ਹਿਰਦੇ ਵਿੱਚ ਵਸਾਇਆ ਹੈ ਉਸ ਸ਼ਬਦ ਨੂੰ? ਤੇ ਫਿਰ ਇੰਜ ਮਹਿਸੂਸ ਹੁੰਦਾ ਹੈ ਵੀ ਉਸ ਸ਼ਬਦ ਨੂੰ ਅਸੀਂ ਵਸਾਇਆ ਕੋਈ ਨਹੀਂ। ਕਿਉਂਕਿ ਅੱਜ ਵੀ ਕੱਚੇ ਹਾਂ ਨਾ। ਸਾਨੂੰ ਆਪਣੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਭਰੋਸਾ ਨਹੀਂ। ਭਾਈ ਗੁਰਦਾਸ ਜੀ ਦੂਸਰੇ,
ਇਤਿਹਾਸ ਵਿੱਚ ਭਾਈ ਗੁਰਦਾਸ ਜੀ ਜਿਹੜੇ ਨੇ ਨਾ, 4 ਭਾਈ ਗੁਰਦਾਸਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ। ਇੱਕ ਭਾਈ ਗੁਰਦਾਸ ਜੀ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਸਨ। ਇੱਕ ਭਾਈ ਗੁਰਦਾਸ ਜੀ ਜਿਹੜੇ ਤਾਰਾ ਸਿੰਘ ਵਾਂ ਦੇ ਪਿਤਾ ਜੀ ਹੋਏ ਨੇ। ਹੁਣ ਜਿਹੜੀ ਗੱਲ ਆਪਾਂ ਕਰਨ ਲੱਗੇ ਉਹ ਚੌਥੇ ਭਾਈ ਗੁਰਦਾਸ ਜੀ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਉਹਨਾਂ ਨੇ ਇੱਕ ਪੌੜੀ ਉਚਾਰਨ ਕੀਤੀ ਸੀ, 42ਵੀਂ ਪੌੜੀ ਭਾਈ ਗੁਰਦਾਸ ਜੀ ਦੀ ਉਸ ਨੂੰ ਕਿਹਾ ਜਾਂਦਾ ਹੈ। ਉਹ ਤਾਂ ਕਹਿੰਦੇ ਨੇ, ਵਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ। ਕਹਿੰਦੇ ਵਹ ਪ੍ਰਗਟਿਓ, ਉਹ ਪ੍ਰਗਟ ਹੋਇਆ ਹੈ ਕੌਣ? ਮਰਦ ਅਗੰਮੜਾ। ਅਗੰਮ ਜਿਹੜਾ ਸ਼ਬਦ ਹੈ ਨਾ, ਉਹਦੇ ਅਰਥ ਹੋਇਆ ਕਰਦੇ ਨੇ ਜਿੱਥੇ ਪਹੁੰਚ ਨਾ ਬਣਦੀ ਹੋਵੇ, ਸਾਡੀ ਪਹੁੰਚ ਤੋਂ ਬਾਹਰ ਹੋਵੇ। ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਕੀ ਦੱਸ ਸਕਦੇ ਹਾਂ? ਕੀ ਪਹੁੰਚ ਸਾਡੀ ਬਣ ਸਕਦੀ ਹੈ? ਕਿਉਂਕਿ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ। ਜੋ ਸੁਣਦੇ ਹਾਂ ਉਸ ਤੇ ਵੀ ਭਰੋਸਾ ਨਹੀਂ ਕਰਦੇ। ਅਸੀਂ ਕੱਚੇ ਹਾਂ। ਅੱਜ ਸੁਣ ਲਿਆ ਨਾ, ਆ ਪਿੱਛੇ ਗੁਰਪੁਰਬ ਅਸੀਂ ਅੱਜ ਮਨਾ ਰਹੇ ਹਾਂ। ਥੋੜੇ ਦਿਨ ਪਹਿਲੋਂ ਵੀ ਕਈ ਮੇਰੇ ਗੁਰਮੁਖ ਵੀਰਾਂ ਨੇ ਗੁਰਪੁਰਬ ਮਨਾਉਣ ਦਾ ਯਤਨ ਆਰੰਭ ਕੀਤਾ। ਲੋਕੀ ਕਿ 5 ਤਰੀਕ ਨੂੰ ਮਨਾਈ ਜਾਂਦੇ ਨੇ, ਵੀ 5 ਤਰੀਕ ਪੱਕੀ ਹੈ ਜੀ। ਪਿੱਛੇ ਜਿਹਾ ਇਹ ਗੱਲ ਹੋਈ ਵੀ ਸੀ ਵੀ ਇਹ ਨਾਨਕਸ਼ਾਹੀ ਕੈਲੰਡਰ ਹੈ, ਮੂਲ ਨਾਨਕਸ਼ਾਹੀ ਦੇ ਅਨੁਸਾਰ 5 ਤਰੀਕ ਜਿਹੜੀ ਉਹ ਪੱਕੀ ਹੈ। ਔਰ ਕਈਆਂ ਨੇ ਮਨਾਉਣੇ ਵੀ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਪ੍ਰਚਾਰਕ ਲੋਕ ਤੁਹਾਡੇ ਵਿੱਚ ਆਉਂਦੇ ਹਨ, ਸਾਨੂੰ ਪਹਿਲੋਂ ਵਿਦਵਾਨਾਂ ਨੂੰ ਪੜ੍ਹਨਾ ਪੈਂਦਾ ਹੈ। ਭਾਈ ਗੁਰਦਾਸ ਜੀ ਤੋਂ ਲੈ ਕਰਕੇ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਪੈਂਦੀ ਹੈ। ਗੁਰੂ ਸਾਹਿਬ ਬਾਣੀ ਦੇ ਵਿੱਚ ਕੀ ਪ੍ਰਮਾਣ ਕਰਦੇ ਨੇ। ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਜੀ ਨੇ, ਫਿਰ ਹੋਰ ਵਿਦਵਾਨ ਜਿਹੜੇ ਬਾਅਦ ਦੇ ਵਿੱਚ ਹੋਏ, ਭਾਈ ਵੀਰ ਸਿੰਘ ਜੀ ਹੋ ਗਏ, ਗੰਡਾ ਸਿੰਘ ਜੀ ਹੋ ਗਏ, ਇਸੇ ਤਰ੍ਹਾਂ ਭਾਈ ਸਾਹਿਬ ਸਿੰਘ ਜੀ ਹੋ ਗਏ। ਤੇ ਫਿਰ ਰਹਿਤਨਾਮੇ ਜਿਹੜੇ ਨੇ, ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ, ਹੋਰ ਗੁਰਸਿੱਖਾਂ ਦੇ ਰਹਿਤਨਾਮੇ, ਭਾਈ ਚੌਪਾ ਸਿੰਘ ਦੇ ਰਹਿਤਨਾਮੇ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤਨਾਮਿਆਂ ਦੇ ਵਿੱਚ ਕੀ ਫਰਮਾਨ ਕੀਤਾ, ਸਭ ਕੁਝ ਹੀ ਪੜ੍ਹਨਾ ਪੈਂਦਾ ਹੈ। ਤਾਂ ਜਾ ਕਰਕੇ ਇੱਕ ਗੱਲ ਜਿਹੜੀ ਤੁਹਾਡੇ ਵਿੱਚ ਲਿਆਉਨੇ ਹਾਂ। ਹੁਣ ਉਹ ਤਾਂ 5 ਤਰੀਕ ਪੱਕੀ ਕਰ ਦਿੱਤੀ, ਵੀ 5 ਤਰੀਕ ਕਿਉਂ? ਨਹੀਂ ਤਾਂ ਕਹਿੰਦੇ ਸਾਲ ਦੇ ਵਿੱਚ 2-2 ਵਾਰੀ ਗੁਰਪੁਰਬ ਆ ਜਾਂਦਾ ਹੈ। ਭਲਿਓ, ਮੈਂ ਤਾਂ ਜਦੋਂ ਇਤਿਹਾਸਕਾਰਾਂ ਨੂੰ ਪੜ੍ਹਦਾ ਨਾ, ਉੱਥੇ ਪੱਕਾ ਲਿਖਿਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਬਾਰੇ ਪੋਹ ਸੁਦੀ 7ਵੀਂ। ਹੁਣ ਸਾਲ ਦੇ ਵਿੱਚ ਪੋਹ ਸੁਦੀ 7ਵੀਂ ਤਾਂ ਕਦੀ 2 ਵਾਰੀ ਆਉਂਦੀ ਨਹੀਂ, ਉਹ ਤਾਂ ਇੱਕੋ ਵਾਰੀ ਆਵੇਗੀ। ਸੁਦੀ ਤੇ ਬਦੀ ਜਿਹੜੇ ਨੇ ਨਾ ਮਹੀਨੇ ਵਿੱਚ ਚੱਲਦੇ ਨੇ। ਇੱਕ ਸੂਰਜ ਪੱਖ ਹੋਇਆ ਕਰਦਾ, ਜਿਹਨੂੰ ਚਾਨਣਾ ਪੱਖ ਕਹਿ ਦਿੰਦੇ ਨੇ, ਚੰਦਰਮਾ ਦਾ ਪੱਖ। ਇੱਕ ਹਨੇਰ ਪੱਖ ਹੋਇਆ ਕਰਦਾ, ਮੱਸਿਆ ਤੇ ਪੂਰਨਮਾਸ਼ੀ। ਬਦੀ ਤੇ ਸੁਦੀ ਜਿਹੜੇ ਨੇ ਨਾ ਇਸੇ ਤਰ੍ਹਾਂ ਚੱਲਦੇ ਨੇ। ਸੁਦੀ ਜਿਹੜਾ ਉਹ ਚਾਨਣਾ ਪੱਖ ਹੋਇਆ ਕਰਦਾ ਹੈ, ਤੇ ਬਦੀ ਜਿਹੜੀ ਹੋਇਆ ਕਰਦੀ ਹੈ ਉਹ ਹਨੇਰਾ ਪੱਖ ਹੋਇਆ ਕਰਦਾ ਹੈ। ਤੇ ਗੁਰੂ ਸਾਹਿਬਾਂ ਦੇ ਜਿਹੜੇ ਪ੍ਰਕਾਸ਼ ਹੋਏ ਨੇ ਨਾ, ਜ਼ਿਆਦਾ ਕਰਕੇ ਜੇ ਅਸੀਂ ਸਹੀ ਤਰੀਕਾਂ ਦਾ ਅਧਿਐਨ ਕਰ ਲਈਏ ਤੇ ਸਾਰੇ ਪ੍ਰਕਾਸ਼ ਪੱਖ ਦੇ ਵਿੱਚ ਨੇ। ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਪੁੰਨਿਆ ਤੋਂ ਆਰੰਭ ਹੋਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਕੱਤਕ ਦੀ ਪੂਰਨਮਾਸ਼ੀ। ਸਾਰੇ ਪ੍ਰਕਾਸ਼ ਪੱਖ ਦੇ ਪ੍ਰਕਾਸ਼ ਨੇ, ਪ੍ਰਗਟ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਰੂਪ। ਹੁਣ ਗਲਤੀ ਸਾਡੀ ਹੈ ਵੀ ਅਸੀਂ ਅੰਗਰੇਜ਼ੀ ਗੱਲ ਸਿੱਖ ਗਏ ਤੇ ਪੰਜਾਬੀ ਜਾਂ ਗੁਰਮੁਖੀ ਸਿੱਖ ਹੀ ਨਹੀਂ ਸਕੇ। ਅੰਗਰੇਜ਼ੀ ਸਿੱਖ ਗਏ ਵੀ ਫਲਾਨੀ ਤਰੀਕ ਹੈ। ਅੱਜ ਜੇ ਕਿਸੇ ਨੂੰ ਕਹਿ ਦਈਏ ਵੀ ਪੋਹ ਸੁਦੀ 7ਵੀਂ ਹੈ, ਅੱਜ ਨਹੀਂ ਪਛਾਣੇਗਾ, ਉਹ ਕਹੇਗਾ 9 ਤਰੀਕ ਹੈ।
ਬੇਸ਼ੱਕ ਦਫ਼ਤਰਾਂ ਦੇ ਵਿੱਚ ਵੀ ਚੱਲਦੀ ਹੈ। ਮੈਂ ਪਿੱਛੇ ਜਿਹੇ ਤੁਹਾਡੇ ਇਲਾਕੇ ਦੇ ਵਿੱਚ ਹੀ ਪ੍ਰੋਗਰਾਮ ਕਰਨ ਦੇ ਲਈ ਆਇਆ। ਮੈਂ ਉੱਥੇ ਗੱਲ ਕਰ ਰਿਹਾ ਸੀ ਵੀ ਸਮਾਂ ਇਹੋ ਜਿਹਾ ਬਣਦਾ ਜਾ ਰਿਹਾ ਹੈ, ਅੰਗਰੇਜ਼ੀ ਆਪਣਾ ਘਰ ਜਿਹੜਾ ਹੈ ਨਾ ਗੁਰੂ ਘਰਾਂ ਦੇ ਵਿੱਚ ਕਰਦੀ ਜਾ ਰਹੀ ਹੈ। ਆਪਣਾ ਘਰ ਗੁਰੂ ਘਰਾਂ ਦੇ ਵਿੱਚ ਬਣਾਉਂਦੀ ਜਾ ਰਹੀ ਹੈ। ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਧਿਆਨ ਮਾਰ ਕਰਕੇ ਦੇਖੋ, ਆ ਪਿੱਛੇ 1 ਤਰੀਕ ਜਦੋਂ ਆਈ ਨਾ, ਸਾਡੇ ਨਿਆਣਿਆਂ ਨੇ, ਪੜ੍ਹੇ ਲਿਖੇ ਬੱਚਿਆਂ ਨੇ, ਵੱਡਿਆਂ ਨੇ, ਬਜ਼ੁਰਗਾਂ ਨੇ ਵੀ ਉੱਥੇ ਕਹਿਣਾ ਸ਼ੁਰੂ ਕਰ ਦਿੱਤਾ 1 ਤਰੀਕ ਆਉਣ ਤੋਂ ਪਹਿਲੇ ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ। ਜਦੋਂ ਹੈਪੀ ਨਿਊ ਈਅਰ ਕਿਹਾ ਤੇ ਮੈਂ ਸੋਚਿਆ ਵੀ ਹੈਪੀ ਜਿਹੜਾ ਸ਼ਬਦ ਹੈ ਨਾ, ਇਹ ਜੇ ਕਿਸੇ ਅੰਗਰੇਜ਼ ਨੂੰ ਪੁੱਛੋ ਹੈਪੀ ਦਾ ਮਤਲਬ ਕੀ ਹੈ, ਅੰਗਰੇਜ਼ੀ ਦੇ ਵਿੱਚ ਇਸ ਦਾ ਅਰਥ ਅਸੀਂ ਕਰੀਏ ਪੰਜਾਬੀ ਦੇ ਵਿੱਚ ਤੇ ਕੀ ਬਣਦਾ ਹੈ? ਹੈਪੀ ਦਾ ਮਤਲਬ ਹੋਇਆ ਕਰਦਾ ਖੁਸ਼। ਤੇ ਫਿਰ ਇੱਥੇ ਹੀ ਰੁਕੇ ਨਹੀਂ, ਹੁਣ ਸਮਾਂ ਵੱਧਦਾ ਜਾ ਰਿਹਾ ਨਾ। ਸ਼ਹਿਰਾਂ ਦੇ ਵਿੱਚ ਤਾਂ ਮੈਂ ਦੇਖਿਆ ਉੱਥੇ ਹੈਪੀ ਨਿਊ ਈਅਰ ਤਾਂ ਲੋਕ ਕਹਿੰਦੇ ਨੇ, ਹੈਪੀ ਬਰਥਡੇ ਤੋਂ ਚੱਲਿਆ ਕੰਮ। ਮੁਬਾਰਕਬਾਦ ਨਹੀਂ ਦੇਣੀ, ਇਹ ਕੋਈ ਮੁਬਾਰਕਬਾਦ ਦਾ ਸ਼ਬਦ ਥੋੜ੍ਹੀ ਹੈ। ਉੱਥੇ ਆ ਜਾਂਦਾ ਹੈਪੀ ਬਰਥਡੇ। ਫਿਰ ਅੱਗੇ ਆ ਗਏ ਹੁਣ ਥੋੜ੍ਹੇ ਦਿਨਾਂ ਤੱਕ ਸਮਾਜਿਕ ਤਿਉਹਾਰ ਆਉਣਾ ਹੈ। ਮੈਂ ਕਿਸੇ ਤਿਉਹਾਰ ਨੂੰ ਨਿਗਲੈਕਟ ਨਹੀਂ ਕਰਦਾ, ਪਰ ਹਰੇਕ ਤਿਉਹਾਰ ਗੁਰੂ ਘਰਾਂ ਦੇ ਵਿੱਚ ਨਹੀਂ ਮਨਾਇਆ ਜਾ ਸਕਦਾ। ਕੁਝ ਸਮਾਜ ਦੇ ਤਿਉਹਾਰ ਹੁੰਦੇ ਨੇ, ਕੁਝ ਗੁਰੂ ਘਰਾਂ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਨੇ। ਆ ਲੋਹੜੀ ਆਉਣੀ ਆ ਨਾ, ਉਹਨਾਂ ਦਿਨਾਂ ਦੇ ਵਿੱਚ ਸਾਰਿਆਂ ਨੇ ਕਹਿਣ ਲੱਗ ਪੈਣਾ ਹੈਪੀ ਲੋਹੜੀ, ਹੈਪੀ ਦੀਵਾਲੀ। ਫਿਰ ਇੱਥੋਂ ਕੰਮ ਵੱਧਦਾ ਇੱਥੇ ਤੱਕ ਆ ਗਿਆ। ਅੱਜ ਲੋਕਾਂ ਨੇ ਲਿਖ ਕਰਕੇ ਭੇਜਣਾ ਸ਼ੁਰੂ ਕਰ ਦਿੱਤਾ ਹੈਪੀ ਗੁਰਪੁਰਬ। ਤੁਸੀਂ ਧਿਆਨ ਮਾਰੋ, ਕਿੱਥੇ ਜਾ ਰਹੇ ਹਾਂ ਅਸੀਂ? ਮੈਨੂੰ ਉਹ ਬੱਚਾ ਯਾਦ ਹੈ ਜਿਹੜੇ ਬੱਚੇ ਨੂੰ ਸਕੂਲ ਦੇ ਵਿੱਚ ਕਿਹਾ ਗਿਆ, ਇੰਗਲਿਸ਼ ਸਕੂਲ ਦੇ ਵਿੱਚ ਪੜ੍ਹਦਾ ਸੀ, ਵੀ ਤੂੰ ਹਰ ਸਮੇਂ ਇੱਥੇ ਸਕੂਲ ਦੇ ਵਿੱਚ ਅੰਗਰੇਜ਼ੀ ਬੋਲਣੀ। ਕਹਿੰਦਾ ਨਹੀਂ ਬੋਲਾਂਗਾ। ਟੀਚਰਾਂ ਨੇ ਕਿਹਾ ਹਰੇਕ ਕਲਾਸ ਦੇ ਵਿੱਚ ਅੰਗਰੇਜ਼ੀ ਬੋਲਣੀ। ਕਹਿੰਦਾ ਨਹੀਂ, ਅੰਗਰੇਜ਼ੀ ਵਾਲੇ ਪੀਰੀਅਡ 'ਚ ਬੋਲ ਲਵਾਂਗਾ। ਜਦੋਂ ਨਾ ਮੰਨਿਆ ਤਾਂ ਉਹਦੇ ਘਰਦਿਆਂ ਨੂੰ ਸੁਨੇਹਾ ਭੇਜ ਦਿੱਤਾ। ਘਰ ਦੇ ਗਏ, ਸ਼ਿਕਾਇਤ ਹੋਈ, ਘਰ ਆਇਆ ਬੱਚਾ ਤੇ ਮਾਂ ਅੱਜ ਪੁੱਛਦੀ ਹੈ, ਕਹਿੰਦੀ ਪੁੱਤਰਾ ਤੇਰੀ ਸ਼ਿਕਾਇਤ ਆਈ ਹੈ, ਤੂੰ ਇੰਗਲਿਸ਼ ਨਹੀਂ ਬੋਲਦਾ, ਅੰਗਰੇਜ਼ੀ ਨਹੀਂ ਬੋਲਦਾ। ਕਹਿੰਦਾ ਮਾਂ ਨਹੀਂ ਬੋਲਾਂਗਾ। ਕਹਿੰਦੀ ਕਿਉਂ? ਕਹਿੰਦਾ ਮਾਂ ਮੈਨੂੰ ਦੱਸ, ਤੇਰੇ ਹੁੰਦਿਆਂ ਜੇ ਮੈਨੂੰ ਕੋਈ ਕਵੇ ਆਣ ਕਰਕੇ ਵੀ ਗੁਆਂਢਣ ਨੂੰ ਮਾਂ ਕਹਿ ਤੇ ਮੈਂ ਤੇਰੇ ਹੁੰਦਿਆਂ ਮਾਂ ਉਹਨੂੰ ਕਿਵੇਂ ਕਹਿ ਸਕਾਂਗਾ? ਮਾਂ ਤਾਂ ਮੇਰੀ ਤੂੰ ਹੈ। ਇਹ ਹੋ ਸਕਦਾ ਵੀ ਮੇਰੀ ਮਾਂ ਵਰਗੀ ਹੋ ਸਕਦੀ, ਪਰ ਮਾਂ ਤਾਂ ਨਹੀਂ ਨਾ, ਮਾਂ ਤਾਂ ਤੂੰ ਹੈ। ਮੈਂ ਆਪਣੀ ਮਾਂ ਬੋਲੀ ਨੂੰ ਕਿਵੇਂ ਛੱਡ ਦਿਆਂ? ਤੇ ਸੱਚ ਜਾਣਿਓ, ਮੈਂ ਤਾਂ ਇਹ ਵੀ ਅੰਦਾਜ਼ਾ ਲਗਾਇਆ ਇਹ ਮਾਂ ਬੋਲੀ ਨਹੀਂ, ਇਹ ਸਾਡੀ ਗੁਰੂ ਬੋਲੀ ਹੈ। ਗੁਰਮੁਖੀ ਜਿਹੜੀ ਸ਼ੁਰੂ ਹੋਈ ਹੈ ਨਾ, ਉਹ ਇੱਕ ਗੁਰਮੁਖੀ ਪੰਜਾਬੀ ਹੈ ਤੇ ਇੱਕ ਸ਼ਾਹ ਬੋਲੀ ਹੈ। ਗੁਰਮੁਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਦਾ ਪ੍ਰਚਾਰ ਕੀਤਾ ਸੀ, ਗੁਰਮੁਖੀ ਦੇ ਅੱਖਰਾਂ ਦਾ। ਗੁਰੂ ਨਾਨਕ ਮਹਾਰਾਜ ਜੀ ਨੇ ਆਰੰਭ ਕੀਤੇ ਅੱਖਰ, ਉਹਨਾਂ ਅੱਖਰਾਂ ਨੂੰ ਅਸੀਂ ਛੱਡਦੇ ਜਾ ਰਹੇ ਹਾਂ। ਹੁਣ ਉਹ ਬੱਚਾ ਤਾਂ ਆਪਣੀ ਮਾਂ ਨੂੰ ਜਣਾ ਦਿੱਤਾ ਵੀ ਮੈਂ ਤਾਂ ਮਾਂ ਨੂੰ ਮਾਂ ਹੀ ਕਹਾਂਗਾ, ਆਪਣੀ ਮਾਂ ਮੇਰੇ ਕੋਲ ਹੈ, ਉਨੀ ਦੇਰ ਤੱਕ ਮੈਂ ਕਿਸੇ ਦੀ ਮਾਂ ਨੂੰ ਮਾਂ ਨਹੀਂ ਕਹਿ ਸਕਦਾ। ਕਿਹੜਾ ਹੈ ਗੁਰੂ ਪਿਆਰਿਓ ਆਪਣੀ ਮਾਂ ਤੋਂ ਬਗੈਰ ਬਾਹਰਲੀਆਂ ਦੀ ਮਾਵਾਂ ਨੂੰ ਹੋਰ ਜ਼ਿਆਦਾ ਪਿਆਰ ਕਰੇ? ਠੀਕ ਹੈ, ਸਤਿਕਾਰ ਕਰਨਾ ਬਣਦਾ ਹੈ, ਸਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ, ਪਰ ਇਹ ਥੋੜ੍ਹੀ ਵੀ ਅਸੀਂ ਆਪਣੀ ਪੰਜਾਬੀ ਛੱਡ ਦਈਏ, ਬਗਾਨੀ ਮਾਂ ਦੇ ਲਈ ਅਸੀਂ ਆਪਣੀ ਮਾਂ ਨੂੰ ਤਿਆਗ ਦਈਏ। ਠੀਕ ਉਸੇ ਪ੍ਰਕਾਰ ਹੈ, ਅਸੀਂ ਆਪਣੇ ਮਹੀਨਿਆਂ ਨੂੰ ਯਾਦ ਨਾ ਰੱਖਣ ਦੀ ਬਜਾਏ ਅੰਗਰੇਜ਼ੀ ਤਰੀਕਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਕਹਿਣ ਲੱਗ ਪਏ ਹਾਂ ਵੀ ਹਾਂ ਸਾਲ ਦੇ ਵਿੱਚ 2 ਵਾਰੀ ਆ ਗਿਆ, ਇੱਕ ਵਾਰੀ 28 ਦਸੰਬਰ ਨੂੰ ਆ ਗਿਆ, ਇੱਕ ਵਾਰੀ 5
जनवरी नूं आ गया। वो गुरु प्यारिओ नवां साल जिहड़ा ये अंग्रेज मनाउंदे ने ना, जिहड़ा गुरु घरां दे विच भी आउंदा जा रहा है, लोकी गुरु घरां दे विच कीर्तन कर लग पे ने रात नूं। फिर उस समय जो 12 बजे दिन चढ़ता है ना नवें साल का पहली तरीक, उदों फिर जकारे लाए जाते हैं। मैं क्या भलिया तुसीं काहदे लई जकारे लाउंदे? पता संत सिंह मस्कीन बड़े तकड़े विद्वान होए ने, वो कहिंदे भी दसो नवां की है, नवां की है? कल वर्गा दिन अज है, दिन तो उही है ना। उन्ने दिन दे विच घंटे ने, उहो जिहा जलवायु है, उहो जिहा असीं काम करदे हां। सतगुरु सच्चे पातशाह जी ने कह दिता दिन नवे नहीं, रातां नवीआं नहीं। जे नवां है तो इस संसार दे विच इक्को ही चीज़ नवी है, साहिब मेरा नीत नवां, रोज़ाना ही नवां मेरा मालिक, दिन नवे नहीं। नवां साल मनाया तो उस दिन की किया? हैप्पी न्यू ईयर। क्यों? वो अंग्रेज़ों का नवां साल है। गुरु प्यारिओ मैं नहीं कहता भी सानू भाईचारक साझ खत्म कर देनी चाहिए, पर यह भी नहीं भी भाईचारक साझ बनाते बनाते अपने घर दे विच ही सब कुछ ले आइए। उस दिन हज़रत ईसा का जन्म होया सी, तां वो लोगों ने 25 तरीक नूं जन्म होया सी, उन्होंने पहली तरीक तक जन्मदिन की खुशी मन लई ते पहली तरीक नूं नवां साल भी कहना शुरू कर दिता। हुण अगले साल दे विच फिर ईसा हज़रत ईसा का जन्मदिन आवेगा, वो कहते हैं हैप्पी न्यू ईयर। हुण असीं उसे नूं लै करके 5 तरीक कह दी, 5 तरीक पक्की है। गुरु प्यारिओ याद करना शुरू करिए। गुरु ग्रंथ साहिब दे विच 5 तरीक किते नहीं लिखिया होया, गुरु ग्रंथ साहिब दे विच जनवरी फरवरी किते नहीं लिखिया होया। हाँ लिखिया है, गुरु ग्रंथ साहिब महाराज जी ने लिखिया चेत गोबिंद आराधी है होवै आनंद कणा, विसाख धीरन क्यों वाढ़ियां जिन्ना प्रेम विशोह। महाराज जी ने बाणी दे विच महीनों का जिक्र किया है। मनाओ रज रज मनाओ 5 जनवरी नूं, मैं नहीं कहता ना मनाओ, पर एक गल है आउण वालियां पीढ़ियां तुहानूं दुरकारनगियां। आउण वालियां पीढ़ियां जदों उन्होंने इतिहास पढ़ना है, इतिहास दे विच जिक्र आउणा है, जिहदियां लिखतां दे विच आ गया ना जो कुछ, वो सदा वास्ते टल रहेगा। लिखत दे विच आ गया वो सुदी 7वीं, वो सदा वास्ते लिखा जाएगा। जिन्नियां मर्जी किताबां पढ़ लईए, मैं जिक्र कर रहा सी ना भी पहलों इन्हां नूं पढ़ना पैंदा है विद्वानां नूं। विद्वानां ने लिख दिता है पोह सुदी 7वीं, तो पोह सुदी 7वीं रहेगा। तुसीं भले हो इस नगर निवासी, नगर के निवासी जिन्ने ने ना वो बधाई दे पात्र ने भी तुसीं कम से कम ये तो ध्यान रखिया ना पोह सुदी 7वीं असीं मनाउणी है। मनाओ रज रज मनाइए होर तरीकां नूं भी, पर इनू ना भुल जाइए। सो सतगुरु सच्चे पातशाह जी ये वचन करते ने, कहते गुरु के सिखा जे तू शब्द के उपर पहरा देन लग पिया, खन्ना दे नाल गुरु के शब्द नूं सुनिया, ते फिर कहते कच्चों कंचन भयो, कच्चियां तो पक्का हो जावेगा, क्योंकि गुरु की वडियाई है। गुरु के शब्द के नाल इंसान पक्का हो जाया करता है। इधर की गल छड्डां, पक्के तो असीं हजे गुरसिੱਖੀ मार्ग ते ही नहीं, क्यों साडे रस्ते गुरु घर नूं घट आउंदे ने ते होरले पासे वध जांदे ने। ध्यान मार करके देखो, साडे रस्ते गुरु घर वालों घट आउंदे ने। असीं दिनां वारां दे विच फसे होए हां, वीरवार आ गया तो असीं दीवा जरूर जगाउण जाना है। कोई प्रचारक कहता रहे, कोई कहता रहे, कोई संत महापुरुष कहता रहे, असीं हटना कोई नहीं। ये तो मतलब है भी असीं गुरु का शब्द नहीं सुनिया। शब्द गुर श्रवणी सुनियो, जदों कन्ना दे नाल ही गुरु का शब्द सुन लिया तो इंसान पक्का होवेगा। पुछो ना गुरमुखां नूं जिन्हां ने तुहाडे गुरु की वडियाई कीती है। गुरु के प्यारिओ आर्या समाजी होए ने लाला दौलत राय, लाहौर दे विच उन्हां दी एक किताब छपी 1906 दे विच।
ਸਵਾਨ ਉਮਰੀ ਗੁਰੂ ਗੋਬਿੰਦ ਸਿੰਘ ਤੇ ਉਹਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਕੀਤੀ। ਬੜੇ ਲੋਕਾਂ ਨੇ ਪੜ੍ਹਿਆ। ਥੱਲੇ ਜਦੋਂ ਨਾਮ ਆਉਂਦਾ ਲੇਖਕ ਦਾ ਲਾਲਾ ਦੌਲਤ ਰਾਏ ਤੇ ਸਨਾਤਨੀਆਂ ਵੀ ਪੜ੍ਹਨ ਲੱਗੇ। ਜਦੋਂ ਉਹਨਾਂ ਨੇ ਪੜ੍ਹਿਆ ਤੇ ਫਿਰ ਦੌਲਤ ਰਾਏ ਨੂੰ ਪੜ੍ਹ ਕਰਕੇ ਗਾਲਾਂ ਕੱਢਦੇ ਨੇ, ਬੁਰਾ ਭਲਾ ਆਖਦੇ ਨੇ। ਤੇ ਕਈ ਜਿਹੜੇ ਸੋਚ ਸਮਝ ਵਾਲੇ ਸਨ ਉਹ ਪੁੱਛਣ ਲੱਗੇ ਦੌਲਤ ਰਾਏ ਨੂੰ ਆਣ ਕਰਕੇ, ਬਈ ਤੂੰ ਤਾਂ ਸਨਾਤਨੀਆਂ ਹੈ, ਤੇਰਾ ਧਰਮ ਹਿੰਦੂ ਹੈ, ਮੰਨਦੇ ਹਾਂ ਅਸੀਂ ਬਈ ਤੂੰ ਲੇਖਕ ਹੈ। ਲੇਖਕ ਦੀ ਕਲਮ ਜਿਹੜੀ ਚਾਹੀਦੀ ਸੀ ਉਹ ਆਪਣੇ ਇਸ਼ਟ ਦੀ ਵਡਿਆਈ ਦੇ ਵਿੱਚ ਚੱਲਣੀ ਚਾਹੀਦੀ ਸੀ। ਤੇਰਾ ਇਸ਼ਟ ਜਿਹੜਾ ਹੈ ਨਾ ਉਸ ਦੀ ਵਡਿਆਈ ਕਰਦਾ ਤੇ ਸਾਨੂੰ ਵੀ ਚੰਗਾ ਲੱਗਦਾ। ਤੂੰ ਆਪਣੀ ਕਲਮ ਸਿੱਖਾਂ ਦੇ ਗੁਰੂ ਲਈ ਚਲਾ ਦਿੱਤੀ। ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਲਿਖਦਾ ਪਿਆ ਹੈ। ਕਹਿਣ ਲੱਗਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਨਹੀਂ ਲਿਖਦਾ। ਕਹਿੰਦੇ ਲਿਖਿਆ ਤਾਂ ਇਹੋ ਹੀ ਹੈ। ਕਹਿੰਦਾ ਮੈਂ ਲਿਖਿਆ ਹੈ ਵੀ ਇਸ ਸੰਸਾਰ ਦੇ ਵਿੱਚ ਪੂਰਨ ਮਨੁੱਖ ਕੌਣ ਹੋਇਆ ਹੈ। ਪੂਰਨ ਮਨੁੱਖ ਸੱਚੀ ਜਾਣਿਓ, ਜਦੋਂ ਪੂਰਨ ਮਨੁੱਖ ਦੀ ਗੱਲ ਆਈ ਨਾ ਮੇਰੇ ਮਨ ਦੇ ਵਿੱਚ ਵਿਚਾਰ ਹੀ ਆ ਗਈ ਵੀ ਹੋਰ ਲੇਖਕਾਂ ਨੂੰ ਵੀ ਤਾਂ ਦੇਖੀਏ ਕਿਹੜੇ ਪੂਰਨ ਮਨੁੱਖ ਦੀ ਗੱਲ ਕਰਦੇ ਨੇ। ਸੰਤ ਸਿੰਘ ਮਸਕੀਨ ਨੇ ਇੱਕ ਕਿਤਾਬ ਲਿਖ ਦਿੱਤੀ ਪੂਰਨ ਮਨੁੱਖ ਦੇ ਉੱਪਰ। ਇੱਕ ਕਿਤਾਬ ਪਹਿਲੋਂ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਕਿਤਾਬ ਛਪ ਚੁੱਕੀ ਸੀ ਤੇ ਬਾਅਦ 'ਚ ਇੱਕ ਕਿਤਾਬ ਲਿਖੀ ਪੂਰਨ ਮਨੁੱਖ। ਉਹਨਾਂ ਤੋਂ ਪਹਿਲਾਂ ਪ੍ਰੋਫੈਸਰ ਗੰਗਾ ਸਿੰਘ ਨੇ ਇੱਕ ਕਿਤਾਬ ਲਿਖੀ ਪੂਰਨ ਮਨੁੱਖ। ਜਦੋਂ ਪੂਰਨ ਮਨੁੱਖ ਦੀ ਗੱਲ ਆਉਂਦੀ ਹੈ ਨਾ ਤੇ ਉਹ ਇਸ਼ਾਰਾ ਸਿੱਧਾ ਧੰਨ ਗੁਰੂ ਗੋਬਿੰਦ ਸਿੰਘ ਵੱਲ ਜਾਂਦਾ ਹੈ। ਕਹਿੰਦੇ ਪੂਰਨ ਮਨੁੱਖ ਕਿਉਂ? ਭਾਈ ਗੁਰਦਾਸ ਜੀ ਨੇ ਫਰਮਾ ਦਿੱਤਾ, ਕਹਿੰਦੇ ਮਰਦ ਅਗੰਮੜਾ, ਇਹੋ ਜਿਹਾ ਮਰਦ ਜਿਹਦੇ ਕੋਲ ਪਹੁੰਚ ਹੀ ਨਹੀਂ ਬਣਦੀ, ਇਹੋ ਜਿਹਾ ਕੋਈ ਇਨਸਾਨ ਨਹੀਂ ਉਹਦੇ ਕੋਲ ਪਹੁੰਚ ਸਕੇ ਜਿਹੜਾ ਉਹਦੇ ਵਰਗਾ ਹੋ ਸਕੇ, ਜਿਹਨੂੰ ਉਹ ਪਰਮੇਸ਼ਰ ਆਪ ਕਹਿ ਕਰਕੇ ਤੋਰਦਾ ਹੈ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਵੇ ਕੋ ਸਾਜਾ। ਜਿਹੜਾ ਆਪ ਆਪਣੀ ਆਤਮ ਕਥਾ ਲਿਖਦਾ ਹੈ। ਲੇਖਕ ਨੂੰ ਕਿਸੇ ਨੇ ਪੁੱਛਿਆ ਬਈ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਕਰਦਾ ਹੈ? ਕਹਿੰਦਾ ਨਹੀਂ, ਮੈਂ ਕਹਿੰਦਾ ਕਲਮ ਚੁੱਕੀ ਸੀ ਕਿਸੇ ਪੂਰਨ ਮਨੁੱਖ ਦੀ ਗੱਲ ਲਿਖਣ ਦੇ ਲਈ। ਜਦੋਂ ਮੈਂ ਤੱਕਿਆ ਪੂਰਨ ਮਨੁੱਖ ਸਾਰੇ ਪਾਸੇ ਤੱਕੇ ਨੇ, ਕਹਿੰਦਾ ਮੈਨੂੰ ਕੋਈ ਪੂਰਨ ਨਹੀਂ ਨਜ਼ਰ ਆਇਆ। ਉਹਨੇ ਉੱਥੇ ਜ਼ਿਕਰ ਵੀ ਕੀਤਾ ਹੈ, ਸੰਤ ਸਿੰਘ ਮਸਕੀਨ ਨੇ ਵੀ ਜ਼ਿਕਰ ਕੀਤਾ ਹੈ। ਕਹਿੰਦੇ ਵੀ ਜਦੋਂ ਗੱਲ ਚੱਲੀ ਨਾ, ਕਹਿੰਦੇ ਵੀ ਰਾਮਚੰਦਰ ਦੀ ਗੱਲ ਲਿਖ ਦਿੰਦਾ। ਕਹਿੰਦਾ ਮੈਂ ਲਿਖ ਸਕਦਾ ਸੀ, ਪਰ ਰਾਮਚੰਦਰ ਦੇ ਬਰਾਬਰ ਰਾਵਣ ਵੀ ਇੱਕੋ ਜਿਹਾ ਹੀ ਹੈ, ਕਿਉਂਕਿ ਦੋਨੋਂ ਵਿਦਵਾਨ ਨੇ, ਦੋਨੋਂ ਸਨਾਤਨੀਏ ਨੇ। ਰਾਵਣ ਵੀ ਪੰਡਤ ਸੀ ਤੇ ਰਾਮ ਖੱਤਰੀ ਸੀ, ਦੋਨੇ ਜਾਣਦੇ ਸਨ। ਪਰ ਗੱਲ ਕੀ ਆਣ ਕਰਕੇ ਜਦੋਂ ਜੰਗ ਹੋਈ, ਜਦੋਂ ਲੜਾਈ ਹੋਈ ਨਾ, ਦੋਨਾਂ ਦੀ ਜੰਗ ਲੜਾਈ ਜਿਹੜੀ ਉਹ ਟਿਕੀ ਹੋਈ ਆ ਇਸਤਰੀਆਂ ਦੇ ਉੱਪਰ ਟਿਕੀ ਹੋਈ ਹੈ। ਇੱਕ ਦੀ ਭੈਣ ਤੇ ਦੂਸਰੇ ਦੀ ਇਸਤਰੀ। ਇੱਕ ਆਪਣੀ ਇਸਤਰੀ ਲਈ, ਘਰ ਵਾਲੀ ਲਈ ਲੜ ਰਿਹਾ ਹੈ ਤੇ ਇੱਕ ਆਪਣੀ ਭੈਣ ਲਈ ਲੜ ਰਿਹਾ ਹੈ। ਰਾਵਣ ਸਰੂਪ ਲਖਾ ਲਈ ਲੜਿਆ ਹੈ ਤੇ ਰਾਮਚੰਦਰ ਸੀਤਾ ਲਈ ਲੜਿਆ ਹੈ। ਲੜਾਈ ਦੋਨਾਂ ਦੇ ਵਿੱਚ ਹੋ ਗਈ। ਮੰਨਦੇ ਇੱਕੋ ਨਹੀਂ ਨੇ, ਇੱਕੋ ਹੀ ਇਸ਼ਟ ਹੈ ਉਹਨਾਂ ਦਾ। ਕਹਿੰਦੇ ਮੈਂ ਸੋਚਿਆ ਵੀ ਲਿਖਣ ਲੱਗਾ ਹਾਂ ਤੇ ਵਡਿਆਈ ਲਿਖਾਂ ਉਸਦੀ। ਜਦੋਂ ਮੇਰਾ ਧਿਆਨ ਪਿਆ ਚਾਰੋਂ ਪਾਸੇ ਘੁੰਮ ਫਿਰ ਕਰਕੇ ਆਣ ਕਰਕੇ ਟਿਕਿਆ ਧੰਨ ਗੁਰੂ ਗੋਬਿੰਦ ਸਿੰਘ ਮੱਲ, ਤੇ ਮੈਂ ਦੇਖਿਆ ਪੌਂਟਾ ਸਾਹਿਬ ਦੇ ਵਿੱਚ ਬੈਠੇ ਨੇ। ਪੌਂਟਾ ਸਾਹਿਬ ਦੇ ਵਿੱਚ ਬੈਠੇ ਹੋਏ ਤੇ ਆਲੇ ਦੁਆਲੇ 52 ਕਵੀ ਸ਼ੋਭਾਇਮਾਨ ਨੇ। ਹੁਣ ਕਵੀ ਆਪੋ ਆਪਣੀਆਂ ਕਵਿਤਾਵਾਂ ਸੁਣਾਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਆਪਣੀ ਜੀਵਨ ਦੀ ਕਥਾ, ਪੁਰਾਤਨ ਜੀਵਨ ਦੀ ਕਥਾ ਲਿਖ ਦਿੱਤੀ। ਉਹਨਾਂ ਤੋਂ ਵੱਡਾ ਕਵੀ ਕੌਣ ਹੋ ਸਕਦਾ ਹੈ? ਅੱਜ ਤੱਕ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਆਤਮ ਕਥਾ ਲਿਖੀ ਹੈ ਨਾ ਆਪਣੀ, ਉਹ ਇਸ ਸੰਸਾਰ ਦੀ ਲਿਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਅਜਿਹੇ ਇਸ਼ਟ ਨੇ, ਰੱਬ ਨੇ, ਪ੍ਰਮਾਤਮਾ ਨੇ, ਜਿਨ੍ਹਾਂ ਨੇ ਆਪਣੇ ਪੁਰਾਣੇ ਜੀਵਨ ਦੀ ਵੀ ਕਥਾ ਲਿਖ ਦਿੱਤੀ, ਜਿਹਦੇ ਵਿੱਚ ਲਿਖ ਦਿੱਤਾ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਿਤ ਹੈ ਤਹਾਂ।
तह हम अधिक तपस्या साधी महाकाल काल का आराधी। ਹੁਣ ਕਈਆਂ ਨੂੰ ਇੱਥੋਂ ਹੀ ਤਕਲੀਫ ਹੋਣ ਲੱਗ ਪੈਂਦੀ ਹੈ। ਕਹਿੰਦੇ ਉੱਥੇ ਤਾਂ ਗੁਰੂ ਸਾਹਿਬ ਨੇ ਲਿਖ ਦਿੱਤਾ, ਜੇ ਉਹਨਾਂ ਦੀ ਮੰਨਦੇ ਆ ਨਾ, ਇਹ ਲਿਖੀ ਹੋਈ ਗੱਲ ਉਹਨਾਂ ਦੀ ਹੈ, ਉਹਨਾਂ ਨੇ ਲਿਖ ਦਿੱਤਾ ਮਹਾਕਾਲ ਕਾਲਕਾ ਆਰਾਧੀ, ਵੀ ਉਹ ਤਾਂ ਪਰਮਾਤਮਾ ਨੂੰ ਨਹੀਂ, ਕਾਲਕਾ ਮਾਤਾ ਨੂੰ ਆਰਾਧਦੇ ਨੇ। ਗੁਰੂ ਪਿਆਰਿਓ, ਉੱਥੇ ਫਰਕ ਇੰਨਾ ਹੈ ਵੀ ਅਸੀਂ ਪੜ੍ਹ ਕੀ ਰਹੇ ਹਾਂ, ਮਹਾਕਾਲ ਕਾਲ ਕਾ ਆਰਾਧੀ। ਆਰਾਧੀ ਸ਼ਬਦ ਜਿਹੜਾ ਹੈ ਨਾ, ਇੱਥੇ ਕਿਹਾ ਜਾ ਸਕਦਾ ਵੀ ਤੁਸੀਂ ਆਰਾਧੀ ਕਿਉਂ ਪੜ੍ਹਿਆ ਹੈ, ਸ਼ਬਦ ਆਰਾਧੀ ਕਿਉਂ ਲੱਗਾ ਹੈ, ਆਰਾਧਾ ਲਿਖਣਾ ਸੀ ਵੀ ਜੇ ਉਹ ਪਰਮਾਤਮਾ ਨੂੰ ਆਰਾਧਦੇ ਸਨ। ਧਿਆਨ ਮਾਰੋ, ਬਿਹਾਰ ਦੇ ਵਿੱਚ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਦੇ ਦਿਨ ਹੋਇਆ ਹੈ। ਉਧਰ ਦੀ ਬੋਲੀ ਦਾ ਤੇ ਸਾਡੀ ਬੋਲੀ ਦਾ ਬੜਾ ਫਰਕ ਹੈ, ਇੱਥੋਂ ਦੀ ਬੋਲੀ ਦਾ ਤੇ ਉੱਥੋਂ ਦੀ ਬੋਲੀ ਦਾ ਬੜਾ ਫਰਕ ਹੈ। ਬੇਸ਼ੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੀਆਂ ਭਾਸ਼ਾਵਾਂ ਜਾਣਦੇ ਸਨ, ਭਾਸ਼ਾਵਾਂ ਕਿਸੇ ਤਰ੍ਹਾਂ ਦੀਆਂ ਵੀ ਦੇਖ ਲਈਏ, ਪਰ ਉੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਭਾਸ਼ਾ ਦਾ ਜ਼ਿਕਰ ਕਰਦੇ ਨੇ ਨਾ, ਅੱਜ ਵੀ ਜੇ ਬਿਹਾਰ ਦੇ ਬਿਹਾਰੀਏ ਸਾਡੇ ਕੋਲ ਆਉਂਦੇ ਨੇ ਨਾ, ਉਹ ਕਈ ਵਾਰੀ ਆਪਾਂ ਦੇਖਦੇ ਉਹਨਾਂ ਦੀ ਬੋਲੀ ਦੇ ਵਿੱਚ ਸ਼ਬਦ ਆਉਂਦੇ ਨੇ, ਉਹਨੇ ਕਹਿਣਾ ਹੈ ਸਾਈਕਲ ਲੈ ਕੇ ਜਾ ਰਿਹਾ, ਉਹ ਕਹੇਗਾ ਸਾਈਕਲ ਲੈ ਕੇ ਜਾ ਰਹੀ ਹੂੰ। ਕਈ ਗੁਰਸਿੱਖ ਟੋਕਦੇ ਵੀ ਨੇ, ਭਾਈ ਤੂੰ ਇਸਤਰੀਲਿੰਗ ਸ਼ਬਦ ਵਰਤਦਾ ਹੈ, ਉਹ ਉੱਥੋਂ ਦੀ ਭਾਸ਼ਾ ਹੈ। ਜਾਤੀ ਹੂੰ, ਆਤੀ ਹੂੰ। ਤੇ ਇਸੇ ਤਰ੍ਹਾਂ ਮਹਾਕਾਲ, ਮਹਾਕਾਲ ਕਿਹੜਾ? ਪ੍ਰਮਾਤਮਾ। ਕਾਲ ਕਾ, ਕਾਲ ਕਹਿੰਦੇ ਨੇ ਮੌਤ ਨੂੰ, ਕਾਲ ਦਾ ਵੀ ਮਹਾਕਾਲ ਹੈ ਪ੍ਰਮਾਤਮਾ, ਮੌਤ ਨੂੰ ਵੀ ਮਾਰ ਸਕਦਾ ਹੈ। ਮਹਾਕਾਲ ਕਾਲ ਕਾ ਆਰਾਧੀ, ਕਹਿੰਦੇ ਮੈਂ ਉਹਦੀ ਆਰਾਧਨਾ ਕੀਤੀ, ਉੱਥੇ ਤਪੱਸਿਆ ਕੀਤੀ। ਹੁਣ ਜ਼ਿਕਰ ਆਉਂਦਾ ਹੈ ਗੁਰੂ ਪਿਆਰਿਓ, ਬੜਾ ਪਿਆਰਾ ਇਤਿਹਾਸ ਦੇ ਵਿੱਚ, ਮੈਂ ਟੂਕ ਮਾਤਰ ਇਤਿਹਾਸ ਤੁਹਾਨੂੰ ਨਾਲ ਜੋੜ ਦੱਸਦੇ ਜਾਣਾ ਹੈ। ਇੱਕ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਹੇਮਕੁੰਡ ਦੀਆਂ ਉਹਨਾਂ ਚੋਟੀਆਂ ਦੇ ਉੱਪਰ ਬੈਠ ਕਰਕੇ ਮੈਂ ਉਸ ਪਰਮੇਸ਼ਰ ਦੀ ਤਪੱਸਿਆ ਕੀਤੀ। ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਪੱਸਿਆ ਕਰਦੇ ਨੇ, ਤੇ ਇੱਕ ਪਾਸੇ ਮਹਾਰਾਜ ਜੀ ਕਹਿੰਦੇ ਤਾਤ ਮਾਤ ਮੁਰ ਅਲਖ ਆਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਤਾਤ ਕਹਿੰਦੇ ਨੇ ਪਿਤਾ ਨੂੰ, ਮਾਤ ਕਹਿੰਦੇ ਨੇ ਮਾਤਾ ਨੂੰ। ਕਹਿੰਦੇ ਮੇਰੇ ਮਾਤਾ ਨੇ ਵੀ ਤੇ ਮੇਰੇ ਪਿਤਾ ਨੇ ਵੀ ਭਗਤੀ ਕੀਤੀ। ਇੱਕ ਪਾਸੇ ਆਪ ਭਗਤੀ ਕਰ ਰਹੇ ਨੇ, ਇੱਕ ਪਾਸੇ ਮਾਂ ਬਾਪ ਭਗਤੀ ਕਰ ਰਹੇ ਨੇ। ਅੱਜ ਮੁਨਕਰ ਹੋ ਗਿਆ ਵੀ ਬਾਬੇ ਬਕਾਲੇ ਦੀ ਜਗ੍ਹਾ ਦੇ ਉੱਪਰ, ਉਸ ਸਥਾਨ ਦੇ ਉੱਪਰ, ਉਸ ਭੋਰੇ ਦੇ ਵਿੱਚ ਗੁਰਦੇਵ ਪਾਤਸ਼ਾਹ ਨੂੰ ਭਗਤੀ ਕਰਨ ਦੀ ਕੀ ਲੋੜ ਸੀ? ਮੁਨਕਰ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਮਹਾਰਾਜ ਵੀ ਮੈਂ ਆਪ ਹੀ ਉਸ ਪਰਮੇਸ਼ਰ ਦੀ ਭਗਤੀ ਕੀਤੀ, ਮੇਰੇ ਮਾਤਾ ਪਿਤਾ ਨੇ ਵੀ ਕੀਤੀ, ਤਾਂ ਜਾ ਕਰਕੇ ਜੋੜ ਮਿਲ ਹੋਇਆ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਕਹਿਣਾ ਕੀਤਾ ਹੈ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਕਹਿੰਦੇ ਮੈਂ ਆਪਣਾ ਪੁੱਤਰ ਬਣਾ ਕਰਕੇ ਭੇਜ ਰਿਹਾ ਤੈਨੂੰ ਇਸ ਸੰਸਾਰ ਦੇ ਵਿੱਚ। ਸੱਚ ਜਾਣਿਓ, ਜਦੋਂ ਲੇਖਕ ਨੇ ਦੇਖਿਆ ਵੀ ਗੱਲ ਬਣਦੀ ਨਹੀਂ, ਕਹਿੰਦਾ ਕਵੀ ਬੈਠੇ ਨੇ ਤੇ ਇਹੋ ਜਿਹੇ ਕਵੀ ਜਿਨ੍ਹਾਂ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ, ਮੈਂ ਇੱਕ ਕਵੀ ਦੀ ਸਿਫਤ ਲਿਖਾਂ, ਇੱਕ ਕਵੀ ਦਾ ਜੀਵਨ ਲਿਖ ਦਿਆਂ। ਕਹਿੰਦੇ ਕਵੀ ਦਾ ਜੀਵਨ ਲਿਖਣ ਲੱਗਾ, ਕਲਮ ਚੁੱਕੀ ਹੈ ਤੇ ਧਿਆਨ ਮੇਰਾ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਗਿਆ। ਧਿਆਨ ਮੇਰਾ ਉਸ ਆਨੰਦਪੁਰ ਸਾਹਿਬ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵੱਲ ਚਲ ਗਿਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਖਤ ਦੇ ਉੱਪਰ ਵਿਰਾਜਮਾਨ ਨੇ। ਸੰਗਤਾਂ ਆ ਰਹੀਆਂ ਨੇ, ਮਹਾਰਾਜ ਜੀ ਨੂੰ ਨਮਸਕਾਰ ਕਰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਰਦਾਸੀਏ ਕੋਲ ਆਣ ਕਰਕੇ ਕਹਿੰਦੀਆਂ ਨੇ ਫਲਾਨੀ ਅਰਦਾਸ ਕਰਾ ਦੇ, ਜਾਂ ਕਹਿੰਦੀਆਂ ਨੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਇੱਛਾ ਪੂਰੀ ਕੀਤੀ, ਧੰਨਵਾਦ ਕਰਦੇ। ਤੇ ਕਹਿੰਦੇ ਹੈਰਾਨ ਹੁੰਨਾ, ਇਹ ਕਵੀ ਨਹੀਂ, ਇਹ ਤਾਂ ਦਾਨੀ ਹੈ, ਇਹ ਲੋਕਾਂ ਤਾਂ ਹੀ ਬੜਾ ਕੁਝ ਦੇਣ ਵਾਲਾ ਹੈ, ਇਹ ਲੋਕਾਂ ਦਾ ਰਕਸ਼ਕ ਹੈ। ਇਸੇ ਤਰ੍ਹਾਂ ਨਾ ਭਾਈ ਨੰਦ ਲਾਲ ਜੀ ਬੜੇ ਅਨੰਨ ਸੇਵਕ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਜਦੋਂ ਅਸੀਂ ਭਾਈ ਨੰਦ ਲਾਲ ਜੀ ਨੂੰ ਪੜ੍ਹਦੇ ਆ ਨਾ, ਤੇ ਉਹ ਬੜੀ ਸਿਫਤ ਕਰਦਿਆਂ ਹੋਇਆਂ ਵਚਨ ਕਰਦੇ ਨੇ। ਕਹਿੰਦੇ ਇਹੋ ਜਿਹਾ ਗੁਰੂ ਨਹੀਂ ਮਿਲਣਾ ਓਏ, ਅਜਿਹਾ ਗੁਰੂ ਨਹੀਂ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ,
ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਕਹਿੰਦੇ ਇਹੋ ਜਿਹਾ ਗੁਰੂ। ਨਾਸਰੋ, ਨਾਸਰੋ ਸ਼ਬਦ ਜਿਹੜਾ ਹੈ ਨਾ, ਅਰਬੀ ਫਾਰਸੀ ਦਾ ਸ਼ਬਦ ਹੈ। ਜੇ ਅਸੀਂ ਸਿੱਧਾ ਜਿਹਾ ਇਸ ਨੂੰ ਪਦ ਵਿਛੇਦ ਕਰਕੇ ਇਹਦੇ ਅਰਥ ਕੱਢੀਏ ਨਾ ਆਸਰੋ, ਜਿਨ੍ਹਾਂ ਦਾ ਕੋਈ ਆਸਰਾ ਨਾ ਹੋਵੇ। ਆਸਰਾ ਗਰੀਬਾਂ ਦਾ ਨਹੀਂ ਹੋਇਆ ਕਰਦਾ। ਨਾਸਰੋ ਮਨਸੂਰ, ਮਨਸੂਰ ਕਹਿੰਦੇ ਨੇ ਪ੍ਰਮਾਤਮਾ ਨੂੰ, ਇਸ਼ਟ ਨੂੰ। ਨਾ ਆਸਰਿਆਂ ਦਾ ਆਸਰਾ, ਉਹ ਗਰੀਬਾਂ ਦਾ ਵੀ ਆਸਰਾ ਹੈ। ਜਿਹੜਾ ਇਹ ਗੱਲ ਇਸ ਸੰਸਾਰ ਦੇ ਵਿੱਚ ਆਣ ਕਰਕੇ ਕਹਿੰਦਾ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸ਼ੇ ਗਰੀਬ ਕਰੋੜ ਪਰੇ। ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਹੀ ਸਜੇ ਹਾਂ। ਤੇ ਭਲਿਓ, ਤੁਹਾਨੂੰ ਵਡਿਆਈ ਦੇ ਰਿਹਾ ਗੁਰੂ, ਤੁਹਾਡੇ ਗੁਰੂ ਦੀ ਇੰਨੀ ਵੱਡੀ ਵਡਿਆਈ ਹੈ। ਉਹ ਕਹਿ ਰਹੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸ਼ੇ ਗਰੀਬ ਕਰੋੜ ਪਰੇ। ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਦੇ ਵਿੱਚ ਨੇ। ਤੇ ਇਹੋ ਜਿਹੇ ਗੁਰੂ ਨੂੰ ਛੱਡ ਕਰਕੇ ਮੜੀਆਂ ਦੇ ਉੱਪਰ ਜਾ ਕਰਕੇ ਦੀਵੇ ਜਗਾਉਣ ਨੂੰ ਸਾਡਾ ਦਿਲ ਕਰਦਾ ਹੈ। ਕੋਈ ਮੜੀਆਂ ਵਾਲਾ ਕਹਿੰਦਾ ਉੱਠ ਕਰਕੇ ਵੀ ਮੈਨੂੰ ਤੁਸੀਂ ਮੇਰੇ ਇਸ਼ਟ ਹੋ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਜਿਹੜਾ ਆਪੇ ਗੁਰੂ ਹੈ ਤੇ ਆਪੇ ਚੇਲਾ ਬਣ ਜਾਂਦਾ ਹੈ। ਬਣਾ ਕਰਕੇ ਦਿਖਾਓ ਤਾਂ ਕਿਸੇ ਮੜੀਆਂ ਵਾਲੇ ਨੂੰ, ਕਿਸੇ ਪੀਰ ਫਕੀਰ ਨੂੰ ਬਣਾ ਕਰਕੇ ਦਿਖਾਓ ਤਾਂ। ਉਹ ਇਹੋ ਜਿਹੇ ਤਾਂ ਕਹਿਣ ਵਾਲੇ ਨੇ, ਤੁਸੀਂ ਮੇਰੀਆਂ ਭੇਡਾਂ ਹੋ, ਜਿੱਧਰੋਂ ਮਰਜ਼ੀ ਹੱਕ ਕਰਕੇ ਲਿਜਾ ਸਕਦਾ ਤੁਹਾਨੂੰ। ਪਰ ਗੁਰੂ ਸਾਹਿਬ ਨਹੀਂ ਕਹਿੰਦੇ। ਗੁਰੂ ਸਾਹਿਬ ਕਹਿੰਦੇ ਨਹੀਂ, ਮੈਨੂੰ ਆਪਣੇ ਪੁੱਤਰਾਂ ਤੋਂ ਪਿਆਰੇ ਨੇ ਇਹ ਸਿੱਖ। ਪਰ ਨਾਲ ਇਹ ਗੱਲ ਜ਼ਰੂਰ ਹੈ ਵੀ ਸਿੱਖ ਸਿੱਖ ਹੋਵੇ। ਸਿੱਖ ਸਿੱਖਿਆ ਲੈਣ ਵਾਲਾ ਸਿੱਖ ਹੋਵੇ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਨੂੰ ਧਾਰਨ ਕਰਨ ਵਾਲਾ ਹੋਵੇ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਨੇ ਲਿਖਿਆ ਨਾ, ਜਿਹੜੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਭੱਜ ਕਰਕੇ ਗੁਰੂ ਘਰ ਦਾ ਆਸਰਾ ਲੈਣ ਵਾਲੇ ਸਨ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਜਦੋਂ ਪਤਾ ਲੱਗ ਗਿਆ ਨਾ ਬਈ ਹਿੰਦੂਆਂ ਦਾ ਮੁੰਡਾ ਇੰਨਾ ਵਿਦਵਾਨ, ਜਿਹੜੇ ਅਰਥ ਕੁਰਾਨ ਦੀ ਪੰਕਤੀ ਦੇ ਮੁਸਲਮਾਨ ਨਹੀਂ ਕਰ ਸਕੇ, ਉਹ ਹਿੰਦੂਆਂ ਦੇ ਲੜਕੇ ਨੇ ਕਰ ਦਿੱਤੇ। ਉਹਦਾ ਨਾਮ ਹੈ ਭਾਈ ਨੰਦ ਲਾਲ। ਕਹਿੰਦੇ ਉਹਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਤੇ ਉਸ ਸਮੇਂ ਭਾਈ ਨੰਦ ਲਾਲ ਜੀ ਨੂੰ ਪਤਾ ਲੱਗ ਗਿਆ। ਬਹਾਦਰ ਸ਼ਾਹ ਦੇ ਉਸ ਸਮੇਂ ਮੁਨੀਮ ਵੀ ਸਨ, ਬਹਾਦਰ ਸ਼ਾਹ ਨੂੰ ਪੜ੍ਹਾਉਂਦੇ ਵੀ ਸਨ। ਤੇ ਕਹਿੰਦੇ ਬਹਾਦਰ ਸ਼ਾਹ ਨੇ ਕਹਿ ਦਿੱਤਾ, ਇੱਥੋਂ ਚਲਾ ਜਾ ਜੇ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ। ਕਹਿੰਦੇ ਇੱਥੋਂ ਜਾ ਕਰਕੇ ਜਾਨ ਮੇਰੀ ਬਚੇਗੀ ਕਿੱਥੇ? ਜਦੋਂ ਧਿਆਨ ਮਾਰਿਆ ਕਹਿੰਦੇ ਇੱਕੋ ਹੀ ਆਸਰਾ ਹੈ, ਇੱਕੋ ਹੀ। ਔਰੰਗਜ਼ੇਬ ਤੋਂ ਜੇ ਕੋਈ ਬਚਾ ਸਕਦਾ ਹੈ ਤੇ ਉਹ ਹੈ ਗੁਰੂ ਗੋਬਿੰਦ ਸਿੰਘ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ। ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਕਹਿੰਦੇ ਨੇ ਜਿਹੜਾ ਮਨਜ਼ੂਰ ਹੋ ਜਾਵੇ ਕਿਤੇ। ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਨਜ਼ੂਰ ਨੇ। ਇਸ ਦੀ ਇਹੋ ਹੀ ਮਨਜ਼ੂਰ ਨੇ, ਇਹ ਰੱਬ ਰੂਪ ਨੇ, ਕਿਉਂਕਿ ਗਰੀਬਾਂ ਦੇ ਰੱਖਿਅਕ ਨੇ। ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ। ਹੱਕ ਸ਼ਬਦ ਦੇ ਅਰਥ ਹੁੰਦੇ ਨੇ ਸੱਚ। ਗੰਜੂਰ ਕਹਿੰਦੇ ਨੇ ਖਜ਼ਾਨੇ ਨੂੰ। ਕਹਿੰਦੇ ਜੇ ਸੱਚ ਦਾ ਖਜ਼ਾਨਾ ਹੈ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜੇ ਸੱਚ ਦਾ ਖਜ਼ਾਨਾ ਕਿਸੇ ਕੋਲ ਇਸ ਦੁਨੀਆ ਦੇ ਵਿੱਚ ਹੈ ਤੇ ਉਹਦੇ ਮਾਲਕ ਨੇ ਧੰਨ ਗੁਰੂ ਗੋਬਿੰਦ ਸਿੰਘ। ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਜੇ ਸੰਸਾਰ ਦੇ ਉੱਪਰ ਕਿਸੇ ਦੇ ਚਿਹਰੇ ਦੇ ਉੱਪਰ ਨੂਰ ਦੇਖਣਾ ਹੈ, ਕਿਸੇ ਲੇਖਕ ਨੇ ਤਾਂ ਬੜਾ ਸੁੰਦਰ ਲਿਖ ਦਿੱਤਾ। ਉਹ ਲਿਖਦਾ ਹੈ, ਕਹਿੰਦਾ ਜਦੋਂ ਪ੍ਰਮਾਤਮਾ ਦੀ ਸਾਰੀ ਮਿਹਨਤ ਇਕੱਠੀ ਹੋਈ, ਜਦੋਂ ਪ੍ਰਮਾਤਮਾ ਦੀ ਸਾਰੀ ਸਿਆਣਪ ਇਕੱਠੀ ਹੋਈ, ਜਦੋਂ ਪ੍ਰਮਾਤਮਾ ਨੇ ਆਪਣੇ ਕੋਲੋਂ ਸਾਰੀ ਸੁੰਦਰਤਾ ਇਕੱਠੀ ਕਰ ਲਈ,
ਜਦੋਂ ਪ੍ਰਮਾਤਮਾ ਨੇ ਸਾਰੀ ਆਪਣੀ ਸਮਝ ਇਕੱਠੀ ਕਰ ਲਈ, ਸੂਝ ਬੂਝ ਪ੍ਰਮਾਤਮਾ ਦੀ ਇਕੱਠੀ ਹੋਈ, ਤੇ ਤਾਂ ਜਾ ਕਰਕੇ ਇੱਕ ਅਜਿਹਾ ਮਨੁੱਖ ਇਸ ਸੰਸਾਰ ਦੇ ਵਿੱਚ ਭੇਜਿਆ, ਉਹ ਹੈ ਗੁਰੂ ਗੋਬਿੰਦ ਸਿੰਘ। ਜੈ ਜੈ ਕਰੇ ਜਾਵੇ ਕਲਗੀਧਰ ਦਸ਼ਮੇਸ਼ ਪਿਤਾ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇਂ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਉਹ ਇਕੱਠ ਦਾ ਮੁਜੱਸਮਾ ਹੈ ਗੁਰੂ ਗੋਬਿੰਦ ਸਿੰਘ। ਪਰਮਾਤਮਾ ਦੀ ਸਿਆਣਪ, ਪਰਮਾਤਮਾ ਦੀ ਤਾਕਤ, ਪਰਮਾਤਮਾ ਦਾ ਨੂਰ, ਇਹੋ ਜਿਹਾ ਨੂਰ ਕਿਸੇ ਵਿੱਚ ਨਹੀਂ। ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਗੱਲਾਂ ਸੁਣਾ ਰਿਹਾ ਹਾਂ, ਵਿਚਾਰਾਂ ਸੁਣਾ ਰਿਹਾ ਹਾਂ। ਇੱਕ ਗੱਲ ਜ਼ਰੂਰ ਕਰ ਜਾਵਾਂ, ਜਿਹੜੇ ਪਿਆਰ ਕਰਨ ਵਾਲੇ ਗੁਰੂ ਕੇ ਸਿੱਖ ਹੁੰਦੇ ਨੇ ਨਾ, ਉਹ ਸਦੀਆਂ ਤੱਕ ਯਾਦ ਰੱਖਦੇ ਨੇ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਦੇ ਵਿੱਚ ਬੈਠੇ ਦਰਬਾਰੀਆਂ ਨੂੰ ਇੱਕ ਸਮੇਂ ਕਿਹਾ, ਕਹਿੰਦੇ ਵੀ ਕੋਈ ਅਜਿਹਾ ਮਨੁੱਖ ਦੀ ਭਾਲ ਕਰੋ ਜਿਹੜੇ ਮਨੁੱਖ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਵਣ। ਇਹ ਗੱਲ 1803 ਤੋਂ ਬਾਅਦ ਦੀ ਹੈ। 1803 ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ। 1803 ਤੋਂ ਆਰੰਭ ਹੋਇਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ। ਕਹਿੰਦੇ ਦਰਬਾਰੀ ਭਜਾਏ, ਆਲੇ ਦੁਆਲੇ ਭਾਲ ਕੀਤੀ। ਇੱਕ ਗੁਰਮੁਖ ਪਿਆਰੇ ਨੂੰ ਪਕੜ ਕਰਕੇ ਲਿਆਏ ਨੇ, ਜਿਹਦੀ ਉਮਰ 100 ਸਾਲ ਤੋਂ ਉੱਪਰ ਹੈ, ਬਜ਼ੁਰਗ ਹੈ। ਕਹਿੰਦੇ ਪਤਾ ਲੱਗਾ ਵੀ ਇਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਸਨ। ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਤੋਂ ਉਤਰਿਆ। ਅੱਜ ਉਸ ਗੁਰਸਿੱਖ ਦੇ ਜਾ ਕਰਕੇ ਚਰਨ ਫੜ ਲਏ ਨੇ। ਕਹਿੰਦੇ ਬਜ਼ੁਰਗੋ, ਮੈਂ ਤੁਹਾਡੇ ਚਰਨ ਇਸ ਕਰਕੇ ਨਹੀਂ ਫੜੇ ਵੀ ਤੁਸੀਂ ਬਜ਼ੁਰਗ ਹੋ, ਤੁਸੀਂ ਸਿਆਣੀ ਉਮਰ ਦੇ ਹੋ, ਨਹੀਂ। ਮੈਂ ਤੁਹਾਡੇ ਚਰਨ ਇਸ ਕਰਕੇ ਪਕੜੇ ਨੇ ਵੀ ਤੁਸੀਂ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ, ਮੈਨੂੰ ਜਰਾ ਦੱਸਣਾ ਕਰੋ ਵੀ ਮੇਰੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਕੈਸਾ ਸੀ। ਤੇ ਉਸ ਬਜ਼ੁਰਗ ਨੇ ਕਿਹਾ, ਕਹਿੰਦੇ 100 ਸਾਲ ਤੋਂ ਉਮਰ ਉੱਪਰ ਹੋ ਚੁੱਕੀ ਹੈ। ਅਨੰਦਪੁਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1704 ਨੂੰ ਛੱਡਿਆ ਸੀ। ਉਸ ਤੋਂ ਪਹਿਲੋਂ ਸੰਗਤਾਂ ਦੂਰੋਂ ਨੇੜਿਓਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਸਨ, ਚੱਲ ਚੱਲ ਕਰਕੇ। ਮੇਰੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਗੁਰਸਿੱਖੀ ਦੇ ਧਾਰਨੀ ਸਨ। ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਲੈ ਕਰਕੇ ਗਏ। ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਗਏ ਅਸੀਂ। ਜਦੋਂ ਕਹਿੰਦੇ ਉੱਥੇ ਪਹੁੰਚੇ ਤੇ ਬੜੀ ਭੀੜ ਸੀ। ਭੀੜ ਨਹੀਂ ਸੀ, ਮੱਥਾ ਟੇਕਣਾ ਬੜਾ ਮੁਸ਼ਕਲ ਹੋ ਗਿਆ ਸੀ। ਫਿਰ ਵੀ ਮੈਂ ਛੋਟਾ ਸੀ, ਮਾਂ-ਬਾਪ ਦੀ ਉਂਗਲ ਪਕੜੀ ਹੋਈ ਸੀ। ਹੌਲੀ ਹੌਲੀ ਉਂਗਲ ਛਡਾ ਕਰਕੇ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕਿਸੇ ਤਰ੍ਹਾਂ ਪਹੁੰਚ ਗਿਆ। ਮੈਂ ਛੋਟਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਤੇ ਬੈਠੇ ਸਨ। ਮੈਂ ਥੱਲੇ ਖੜਾ ਹੋ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਨਾ। ਜਦੋਂ ਮੇਰੀ ਭਾਵਨਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਰਸਣੇ ਨੇ, ਚਰਨਾਂ ਨੂੰ ਹੱਥ ਲਾਇਆ, ਮੇਰੇ ਅੰਦਰ ਝਰਨਾਹਟ ਛਿੜ ਗਈ। ਮੈਂ ਤਾਂ ਨੂੰ ਚੱਕ ਕਰਕੇ ਮੁਖ ਦੇਖਿਆ ਤੇ ਮੇਰੇ ਕੋਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਿਹਰਾ ਤੱਕਿਆ ਹੀ ਨਹੀਂ ਗਿਆ। ਇੰਨਾ ਜਾਹੋ ਜਲਾਲ ਸੀ ਸਤਿਗੁਰੂ ਸੱਚੇ। ਕਹਿੰਦੇ ਇੰਨਾ ਨੂਰ, ਮੇਰੇ ਇਹ ਨੇਤਰ ਜਿਹੜੇ ਨੇ ਨਾ ਉਹ ਖੁੱਲ ਨਹੀਂ ਸੀ ਰਹੇ। ਇੰਨਾ ਨੂਰ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ। ਕਹਿੰਦੇ ਜਿੱਥੇ ਸਾਰੇ ਨੂਰ ਇਕੱਠੇ ਹੋ ਜਾਣ, ਇਹੋ ਜਿਹਾ ਨੂਰ। ਜੁਮਲਾ ਕਹਿੰਦੇ ਨੇ, ਜੁਮਲਾ ਸ਼ਬਦ ਨਾ ਲੰਬੜਦਾਰ ਜੀ ਗੁਰਬਾਣੀ ਦੇ ਵਿੱਚ ਵੀ ਆਇਆ। ਸ਼ਬਦਾਂ ਦੇ ਪਿੱਛੇ ਅੰਗ ਲਿਖੇ ਹੁੰਦੇ ਨੇ 12 13, ਉਹ ਪੜ੍ਹਦੇ ਨਹੀਂ ਅਸੀਂ। ਕਈ ਜਗ੍ਹਾ ਜਾ ਕਰਕੇ ਨਾ ਕਈ ਸ਼ਬਦ ਇਕੱਠੇ ਹੁੰਦੇ ਨੇ, ਉੱਥੇ ਲਿਖਿਆ ਹੁੰਦਾ ਜੁਮਲਾ। ਜੁਮਲੇ ਦਾ ਮਤਲਬ ਹੁੰਦਾ ਜੋੜ। ਕਈ ਜਗ੍ਹਾ ਜੋੜ ਸ਼ਬਦ ਵੀ ਹੈ, ਜੁਮਲਾ ਵੀ ਹੈ।
ਅਫੰਜੂ ਜਿਹੜਾ ਸ਼ਬਦ ਹੈ ਉਹਦਾ ਵੀ ਅਰਥ ਜੋੜ ਹੈ, ਅਫੰਜੂ ਵੀ ਆਇਆ ਸ਼ਬਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਰਤਿਆ। ਜੁਮਲਾ ਫੈਜ਼ੇ ਨੂਰ, ਕਹਿੰਦੇ ਸਾਰੇ ਨੂਰਾਂ ਦਾ ਜੋੜ ਹੈ ਕੌਣ? ਗੁਰੂ ਗੋਬਿੰਦ ਸਿੰਘ। ਅਜਿਹੇ ਨੇ ਗੁਰੂ ਗੋਬਿੰਦ ਸਿੰਘ। ਹੁਣ ਉਹ ਲੇਖਕ ਜਿਹਨੇ ਇਹ ਵਚਨ ਲਿਖੇ ਨੇ ਭਾਈ ਨੰਦ ਲਾਲ ਜੀ, ਉਹ ਕਹਿੰਦੇ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਪਹਿਲੋਂ ਵੀ ਅਰਥ ਕੀਤੇ ਨੇ। ਹੱਕ ਆਗਾਹ, ਇੱਕ ਹੱਕ ਨੂੰ ਵੱਖ ਕਰ ਲਈਏ, ਸੱਚ। ਹੱਕ ਆਗਾਹ ਕਹਿੰਦੇ ਜਿਹੜੇ ਹੱਕ ਦੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੇ ਨਾ, ਉਹਨਾਂ ਨੂੰ ਸੱਚ ਮਿਲ ਸਕਦਾ ਹੈ ਤੇ ਉਹ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ। ਹੱਕ ਆਗਾਹ ਗੁਰੂ ਗੋਬਿੰਦ ਸਿੰਘ। ਹੱਕ ਦੇ ਮਾਰਗ ਤੇ ਚੱਲਣ ਵਾਲੇ ਜੇ ਸੱਚ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਉਹ ਗੁਰੂ ਗੋਬਿੰਦ ਸਿੰਘ ਕੋਲ ਹੈ। ਫਿਰ ਕਹਿੰਦੇ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਅਜਿਹਾ ਬਾਦਸ਼ਾਹ ਮਿਲੇਗਾ ਕੋਈ? ਮਾਲਵੇ ਦੇ ਜੰਗਲ, ਪਹਾੜੀ ਰਾਜਿਆਂ ਦੇ ਤੇ ਔਰੰਗਜ਼ੇਬ ਦੇ ਸੂਈਏ ਜਿਹੜੇ ਲੱਭਦੇ ਫਿਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਮੈਂ ਇੱਕ ਪੁਸਤਕ ਪੜ੍ਹੀ ਕਲਗੀ ਦੀਆਂ ਅਣੀਆਂ, ਉਹਦੇ ਵਿੱਚ ਇਹ ਜ਼ਿਕਰ ਆਇਆ ਹੈ, ਕਹਿੰਦੇ ਦੋ ਸੂਈਏ ਜਿਹੜੇ ਨੇ ਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਸਨ ਤੇ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਕਿਤੇ ਪਿੱਛੇ ਹੈ, ਵੀ ਮਾਲਵੇ ਦੀ ਧਰਤੀ ਦੇ ਉੱਪਰ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਤੇ ਉਹਨਾਂ ਨੂੰ ਆਣ ਕਰਕੇ ਮਿਲਾਇਆ ਵੀ ਸਿੱਖਾਂ ਨੇ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚਰਨਾਂ ਤੇ ਨਮਸਕਾਰ ਕੀਤੀ ਮਹਾਰਾਜ, ਕਹਿੰਦੇ ਸਾਡੇ ਤੇ ਕੋਈ ਸ਼ੱਕ ਨਾ ਕਰਿਓ, ਅਸੀਂ ਤੁਹਾਡੇ ਚਰਨਾਂ ਦੇ ਸੇਵਕ ਹਾਂ। ਕਹਿੰਦੇ ਮਹਾਰਾਜ ਇੱਕ ਬੇਨਤੀ ਕਰਨੀ ਹੈ, ਹੁਣ ਤੁਸੀਂ ਸੁਲ੍ਹਾ ਕਰ ਲਓ। ਮਹਾਰਾਜ ਜੀ ਕਹਿਣ ਲੱਗੇ ਕਿਉਂ? ਕਹਿੰਦੇ ਉੱਦਾਂ ਵੀ ਤਾਂ ਸਭ ਕੁਝ ਹਾਰ ਹੀ ਗਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਹੁੰਦੀ ਹੈ ਹਾਰ ਜਾਣਾ, ਇੱਕ ਹੁੰਦੀ ਹਾਰ ਮੰਨ ਲੈਣਾ। ਅਸੀਂ ਹਾਰੇ ਵੀ ਨਹੀਂ ਤੇ ਹਾਰ ਮੰਨੀ ਵੀ ਨਹੀਂ। ਕਹਿੰਦੇ ਮਹਾਰਾਜ ਜੇ ਤੁਸੀਂ ਹਾਰੇ ਨਹੀਂ, ਨਾ ਤੁਹਾਡੇ ਕੋਲ ਮਹਿਲ ਨੇ, ਨਾ ਤੁਹਾਡੇ ਕੋਲ ਤੁਹਾਡੇ ਪੁੱਤਰ ਨੇ, ਨਾ ਤੁਹਾਡੇ ਕੋਲ ਤੁਹਾਡਾ ਪਰਿਵਾਰ ਹੈ, ਨਾ ਹੁਣ ਉਹ ਗੁਰਸਿੱਖ ਇੰਨੇ ਰਹੇ ਨੇ, ਨਾ ਤੁਹਾਡੇ ਕੋਲ ਖਜ਼ਾਨੇ ਨੇ, ਨਾ ਤੁਹਾਡੇ ਕੋਲ ਸ਼ਾਹੀ ਫੌਜਾਂ ਨੇ, ਫਿਰ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਹਾਰੇ ਨਹੀਂ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਨਹੀਂ ਹਾਰੇ ਨਹੀਂ, ਮੇਰੇ ਕੋਲ ਕੀ ਨਹੀਂ ਹੈ, ਸਭ ਕੁਝ ਹੈ। ਜਿਹਦੇ ਕੋਲ ਇਨਸਾਨ ਦਾ ਪ੍ਰਮਾਤਮਾ ਹੋਵੇ ਉਹਦੇ ਕੋਲ ਕਿਹੜੀ ਗੱਲ ਦੀ ਘਾਟ ਹੈ? ਕਹਿੰਦੇ ਮੇਰੇ ਕੋਲ ਉਹ ਹੈ ਨਿਰੰਕਾਰ, ਉਹ ਮੇਰੇ ਨਾਲ ਵਰਤਦਾ ਹੈ, ਉਹ ਮੇਰੇ ਨਾਲ ਰਹਿੰਦਾ ਹੈ, ਮੈਂ ਉਹਦਾ ਸੇਵਕ ਹਾਂ, ਮੇਰੇ ਕੋਲ ਸਭ ਕੁਝ ਹੀ ਹੈ। ਅਜਿਹਾ ਸ਼ਹਿਨਸ਼ਾਹ ਦੁਨੀਆ ਦੇ ਉੱਪਰ ਕੋਈ ਨਹੀਂ ਮਿਲਣਾ। ਜਿਹਦੇ ਕੋਲ ਬਾਦਸ਼ਾਹ ਹੋਵੇ ਨਾ, ਜਿਹਦੇ ਕੋਲ ਖਜ਼ਾਨੇ ਨਾ ਰਹਿਣ, ਘੋੜੇ ਨਾ ਰਹਿਣ, ਹਾਥੀ ਨਾ ਰਹਿਣ, ਰੇਸ਼ਮੀ ਅਸਤਰ ਵਸਤਰ ਨਾ ਰਹਿਣ, ਹਥਿਆਰ ਨਾ ਰਹਿਣ, ਉਹ ਕਹਿੰਦਾ ਵੀ ਹੁਣ ਹਾਰ ਗਏ, ਹੁਣ ਈਨ ਮੰਨ ਲਈਏ ਸਾਹਮਣੇ ਦੀ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨਹੀਂ, ਇਹ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਨੇ। ਕੌਣ? ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਉਹ ਲੇਖਕ ਲਿਖਦਾ, ਕਹਿੰਦਾ ਕਿਹੜੀ ਗੱਲ ਕਰਾਂ, ਜਦੋਂ ਮੈਂ ਅਨੰਦਪੁਰ ਸਾਹਿਬ ਨੂੰ ਤੱਕਦਾ ਤੇ ਉਹ ਬਾਦਸ਼ਾਹ ਨੇ ਉੱਥੋਂ ਸਾਰਿਆਂ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਨੇ। ਕਹਿੰਦੇ ਮੈਂ ਬਾਦਸ਼ਾਹ ਦੀ ਗੱਲ ਲਿਖਣ ਲੱਗਾ, ਮੇਰੀ ਕਲਮ ਰੁਕ ਗਈ। ਕਹਿੰਦੀ ਨਹੀਂ, ਤੂੰ ਜੋ ਲਿਖਣ ਲੱਗਾ ਨਾ ਉਹ ਗਲਤ ਹੈ, ਉਹ ਬਾਦਸ਼ਾਹ ਨਹੀਂ। ਧਿਆਨ ਚਲੇ ਗਿਆ 1699 ਦੀ ਵਿਸਾਖੀ ਨੂੰ, ਪੰਜ ਪਿਆਰੇ ਖੜੇ ਹੋਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਥ ਜੋੜ ਕਰਕੇ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ। ਅਜਿਹਾ ਇਸ਼ਟ, ਅਜਿਹਾ ਗੁਰੂ ਜਿਹੜਾ ਆਪਣੇ ਚੇਲਿਆਂ ਤੋਂ, ਆਪਣੇ ਸੇਵਕਾਂ ਤੋਂ, ਆਪਣੇ ਸਿੱਖਾਂ ਤੋਂ ਮੰਗ ਕਰਦਾ ਹੈ। ਕਹਿੰਦਾ ਗੁਰਸਿੱਖੋ, ਹੁਣ ਗੋਬਿੰਦ ਰਾਏ ਨੂੰ ਵੀ ਅੰਮ੍ਰਿਤ ਦੀ ਦਾਤ ਦੇ ਕਰਕੇ ਗੋਬਿੰਦ ਸਿੰਘ ਬਣਾ ਦਿਓ, ਕਿਤੇ ਗੋਬਿੰਦ ਰਾਏ ਨਾ ਇਸ ਦੁਨੀਆ ਤੋਂ ਜਾਵਾਂ।
मैं सोचदा हुन्ना भी साडे मन की कहिंदे ने। पल दा घड़ी दा भरोसा कोई नहीं, दिन का कोई भरोसा नहीं, रात का कोई भरोसा नहीं, कदों चले जाना है। फिर क्यों नहीं असी सोचते भी सतगुरु सच्चे पातशाह जी नूं अमृत की लोड़ सी, कहंदे गोबिंद राय ना इस संसार दे विचों चले जावां, गोबिंद सिंह बना दिओ, ते असी क्यों नहीं सिंह बनते बई? असी क्यों अपने इहो जिहे इष्ट नूं छड्डी बैठे हाँ, जिहड़े इष्ट नूं दूसरे धर्मां दे लोग भी आण करके सन्मान करते हैं। तुसीं भुलेखे विच ना रहिओ। मुसलमान किसी मूरत के अगे सीस नहीं झुकाउंदा, मुसलमान किसी ग्रंथ के अगे सीस नहीं झुकाउंदा, मुसलमान किसी मूर्ति के अगे सीस नहीं झुकाउंदा। जा करके देखो इन्हां दी मस्जिदां दे विच जिहड़े मुसलमान ने, आ मुसलमान ना सुनियो जिहड़े कबरां ते बैठे ने मुसलमान नहीं, ये तो दोगले ने। मैं गया श्रीनगर दे विच, उत्थे हज़रत वल है मुसलमानां दी मस्जिद, हज़रत वल मक्के तो बाद दूसरा नंबर है उसका। उत्थे जा करके देखिए अंदर हाल दे विच कुछ नहीं, उत्थे बैठे ने नमाज पढ़ रहे ने, बस नमाज तो ज़्यादा कुछ नहीं। मुसलमान किसी इंसान के अगे शीश नहीं झुकाउंदे, पर अज दे दिन एक मुसलमान अखवाउण वाला पीर भी उल्टे पासे नूं सजदा कर लग पिया। गुरु के सिखो, अज दे दिन अज धन गुरु गोबिंद सिंह महाराज जी पटना साहिब की धरती ते प्रगट होए ने, जिथे सिख सी झुकाउंदे ने ना, सिखां दा इष्ट है, सिखां दा गुरु है। भीखण शाह ठसके नगर का रहन वाला, थाने सर तहसील है, अंबाला उस समय जिला, घुड़ाम उहदा पिंड सी, ठसके नगर अपने इष्ट दे नगर दे विच रहा करदा सी। अपने तो वड्डा गुरु जिहड़ा सी उहदा पीर भीखण शाह दा उत्थे रहिंदा सी। अज जदों अमृत वेले नमाज अदा कीती है ना, ते इबादत अज पच्छम वालों मुख मोड़ करके पूरब वालों कर दिती है। ते उहदे चेले, उहदे मुरीद जिहड़े सन वो कहण लगे, कहंदे पीर जी अज की हो गया, तुसीं काफर बन गए हो। मुसलमान पश्चिम वालों सजदा करता है, तुसीं अज पूरब वालों सजदा कर दिता। कहण लगे काफर मैं नहीं बनिया। कहंदे फिर तुसीं पूरब वालों सजदा क्यों कीता है? कहंदे अज अल्लाह पूरब वाल आ गया है। करे जावे गुरु दसवें पातशाह दे चरनां नूं भावे निहाल हो जावे। सत श्री अकाल। कहंदे अज अल्लाह पूरब वाल आया। हुण किहड़ा मनण नूं तैयार होवेगा? जिहड़े कच्चे पिल्ले ने साडे वर्गे, असीं अपने गुरु नूं नहीं मनदे ते मुसलमान किवें मनणगे? ਉਹਦੇ सेवादार ਉਹਦੇ सेवक कहण लगे नहीं, ये मनण दे विच गल नहीं आउंदी। नंगे पैरी हो तुरिया अज ही पटना साहिब वालों चाले पा दिते ने। बाकी संगतां नूं रोक दिता है, दो अपने मुरीद नाल ले लए, दो सेवक अपने नाल लए ने, ते दोनां नूं कह दिता है दो कुजियां लै करके आओ। हुण कईयां ने इत्थे जिक्र कीता लेखकां ने, आपां इधर नूं ना जाइए, भी चार कुजियां लईआं, दो मठियाई दियां, एक दुध दी ते एक जल दी। मंजिला मारदियां होइआं पटना साहिब की धरती ते पहुंचे ने पीर भीखण शाह जी। पता लगा भी इत्थे गुरु तेग बहादुर महाराज जी के महल ने, उन्होंने माता जी भी इत्थे ने, उन्होंने परिवार इत्थे है, उन्होंने रिश्तेदार इत्थे ने। साल सराय जौहरी की हवेली है, जिथे गुरु परिवार का ठिकाना किया होया है। भीखण शाह जी पुछ पछाउंदियां होइआं पहुंचे ने उत्थे। देखो जिहदे मन के अंदर तड़फ होवे ना, हुण उत्थे जा करके तो पुछ लिया होवेगा किहड़े घर दे विच ने, पर ठसके नगर तो पुछ के नहीं ना तुरे। वो तो सीधी सेध की है पटना साहिब की। ठीक उस तरह जिमें अजकल लोग GPS चलाते हैं ना, गड्डी विच बैठे मैप के उपर GPS ला लिया तो गड्डी उधर नूं तोर लई। ये आत्मा भी मिली हुई है परमात्मा दे नाल। पीर भीखण शाह जी भी ताइयों तो पता है भी इधर अज परमात्मा आ गया है।
पहुँच गए ने, बाहरले पासे टिकाणा कर लिया। इतिहास के बोल मैं पढ़े ने, कहते मामा कृपाल चंद ने जा करके ना अंदरले पासे माता नानकी जी जो गुरु तेग बहादुर महाराज जी दे माता जी सन, उन्होंने ये नानकी जी गुरु नानक देव महाराज जी दे भैन जी नहीं, वो बेबे नानकी सन, ये माता नानकी जी गुरु तेग बहादुर महाराज जी दे माता जी, उन्होंने ते माता गुजरी जी नूं जा करके मामा कृपाल चंद ने दस्या। कहन लगे एक फकीर आया है बाहर चल करके, मुसलमान फकीर है, वस्त्र उहदे मुसलमाना वाले ने, वो कहना मैं बालक दे दर्शन करने ने, नाले भी कह रहे मैं अपने रब दे दर्शन करने ने, अल्लाह दे दर्शन करने ने। ते माता नानकी जी कहन लगे, कहंदे कृपाल चंद तैनू पता है भी इस समय तुर्क जिहड़े ने ना, मुसलमान जिहड़े ने, वो गुरु घर दे विरोधी ने, किते ये ना होवे औरंगजेब ने ना इस नूं भेजिया होवे। ये तंत्रा मंत्रां दे विच तांत्रिक बड़े तकड़े हुंदे ने, तंत्रा मंत्रां दे विच विश्वास रखते ने, बच्चा छोटा है, किते कोई उहो जी घटना ना हो जावे। मामा तो अपने बच्चों लिए सोचदियां ने ना। कृपाल चंद जी ने बाहर जा करके कह दिता, पीर जी हजे तुहानूं दर्शन नहीं करवाए जा सकते, जो तुसीं चाहुंदे हो। लोकां नूं धन दौलत आया जा रहा सी, इस दर तो वस्त्र दिते जा रहे सन, अन्न दिता जा रहा सी, धन दिता जा रहा सी। कहंदे जो चाहुंदे हो ना, अन्न धन अनाज जो भी चाहुंदे तुहानूं मिल जाएगा, पर हजे दर्शन नहीं करवा सकते। कहंदा पंजाब तो चल करके आया, कहंदे कुछ छक लवो। कहंदा जदों तो पंजाब तो चले हैं, रस्ते विच जल भी नहीं छकिया। जिन्नी देर तक मैनू अपने अल्लाह पाक दे दर्शन नहीं हो जाते, उन्नी देर तक अन्न जल मुख दे विच नहीं पावांगा, उन्नी देर तक। कहंदे प्रशादा, कहंदा प्रशादा भी नहीं छकांगा। कहंदे दर्शन तो हजे नहीं करा सकते। बैठ गए ने उत्थे ही, सारा दिन लंघिया, रात भी लंघ गई। भाई साहब भाई संतोख सिंह जी गुरद प्रताप सूरज ग्रंथ दे विच जिक्र करते हैं, रात भी लंघ गई, अगला दिन आया है, जिद पकड़ी बैठे ने, बालक दे दर्शन करांगा, अल्लाह दे दर्शन करांगा। कहंदे जदों अगला दिन आया, फिर उन्होंने मिन्नतां कीतियां भी तू छड्ड दे। कहंदा दर दे उपर बैठा हाँ, और ये मैनू पता है भी इस दर तो किसी दियां झोलियां खाली नहीं जांदियां, भर के ही जांदियां ने, जावांगा भी भर के। जिद कर लई, अगला दिन शाम पै गई, तो हुण आपस दे विच विचारा होईयां मामा कृपाल चंद, माता नानकी जी, माता गुजरी जी, किते ना होवे भी ये सच्चा ही फकीर होवे ते गुरु दर दे उपर आण करके बाहरले पासे अपना सीस त्याग दवे, असीं पापां दे भागी बन जाइए। कहंदे फिर किवें करना चाहिए है? सलाह बनी है भी दर्शन करवा दिंदे हाँ, पर उस बाल गोबिंद राय नूं दर दे अंदर ही, पहलों सरदन होया करते सन, अजकल तो मिटा दिते ना सब कुछ, हौली हौली सब कुछ ही खत्म होंदा जा रहा। सरदना दे अंदर ही रखना है, बाहर नहीं कढ़ना है। पीर बाहर होवेगा ते आपां अंदर रखने, हाथ लगन नहीं देने। सलाह बड़ी है, मामा कृपाल चंद जी नाल होए ने, माता गुजरी जी अगे होए ने, माता नानकी जी होए ने, दर दे अंदरले पासे बैठ गए ने। हत्थां दे विच माता गुजरी जी दे बाल गोबिंद राय जी वो अपने हाथ फैला रहे ने, उंगलां मार रहे ने। ते जदों स्वरूप दे दर्शन कीते ना, पीर भीखण शाह सिर धरती ते ला लिया है, सिर चक्कण नूं उपर कोशिश ही ना करे बे पता नहीं अजिहा मत्था दोबारा टेकिया जाना है कि नहीं, ये समा दोबारा मिलना है कि नहीं। आखिरकार मत्था चुकिया है, सामने
ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਉਹਦੇ ਸੇਵਾਦਾਰ, ਉਹਦੇ ਸੇਵਕ, ਦੋ ਚੇਲੇ ਜਿਹੜੇ ਪਿੱਛੇ ਬੈਠੇ ਨੇ, ਉਹਨਾਂ ਨੂੰ ਕਹਿਣਾ ਕੀਤਾ, ਲਿਆਓ ਕੁੱਜੀਆਂ। ਹੁਣ ਲੇਖਕਾਂ ਦੇ ਆਪੋ ਆਪਣੇ ਵਿਚਾਰ ਨੇ। ਕਿਸੇ ਨੇ ਕਿਹਾ ਵੀ 2 ਕੁੱਜੀਆਂ, ਇੱਕ ਪਾਣੀ ਦੀ ਹੈ ਤੇ ਇੱਕ ਦੁੱਧ ਦੀ ਹੈ। ਕਿਸੇ ਨੇ ਕਿਹਾ ਦੋਨੋਂ ਮਠਿਆਈ ਦੀਆਂ ਨੇ। ਹੁਣ ਕੁੱਜੀਆਂ ਅੱਗੇ ਕਰ ਦਿੱਤੀਆਂ, ਹੱਥ ਦੇ ਵਿੱਚ, ਦੋਨੋਂ ਹੱਥਾਂ ਦੇ ਵਿੱਚ ਕੁੱਜੀਆਂ ਫੜੀਆਂ ਹੋਈਆਂ ਨੇ। ਜਿਨ੍ਹਾਂ ਨੇ ਮਠਿਆਈ ਦੀਆਂ ਲਿਖੀਆਂ ਉਹਨਾਂ ਨੇ ਕਹਿੰਦੇ ਦੋਨੋਂ ਮਠਿਆਈ ਦੀਆਂ ਕੁੱਜੀਆਂ ਅੱਗੇ ਕੀਤੀਆਂ। ਛੋਟੇ ਛੋਟੇ ਹੱਥ, ਛੋਟੀਆਂ ਛੋਟੀਆਂ ਬਾਹਾਂ ਆਪਣੀ ਮਾਤਾ ਦੀ ਗੋਦੀ ਦੇ ਵਿੱਚੋਂ ਨਿਕਲੀਆਂ ਨੇ ਤੇ ਦੋਨੋਂ ਹੀ ਹੱਥ ਕੁੱਜੀਆਂ ਦੇ ਉੱਪਰ ਕਰ ਦਿੱਤੇ। ਜਿਨ੍ਹਾਂ ਨੇ ਮਠਿਆਈ ਦੀਆਂ ਲਿਖੀਆਂ ਸਨ, ਕਹਿੰਦੇ ਬਾਅਦ ਦੇ ਵਿੱਚ ਭੀਖਣ ਸ਼ਾਹ ਨੇ ਕੁੱਜੀਆਂ ਵਾਪਸ ਆਪਣੇ ਸੇਵਾਦਾਰਾਂ ਨੂੰ ਫੜਾ ਦਿੱਤੀਆਂ। ਹੁਣ ਕਹਿੰਦੇ ਜਿਨ੍ਹਾਂ ਨੇ ਪਾਣੀ ਤੇ ਦੁੱਧ ਦੀਆਂ ਲਿਖੀਆਂ ਨੇ ਨਾ, ਉਹ ਕਹਿੰਦੇ ਦੋਨੋਂ ਕੁੱਜੀਆਂ ਅੱਗੇ ਕੀਤੀਆਂ ਤੇ ਬੜੇ ਪਿਆਰ ਨਾਲ ਹੱਥ ਕੱਢ ਕੇ ਦੋਨਾਂ ਨੂੰ ਧੱਕਾ ਮਾਰ ਦਿੱਤਾ। ਕੁੱਜੀਆਂ ਨੂੰ ਦੋਨੋਂ ਹੀ ਡੋਲ ਦਿੱਤੀਆਂ ਨੇ। ਹੁਣ ਦੋਨਾਂ ਨੇ ਆਪੋ ਆਪਣੇ ਅਰਥ ਕੱਢੇ ਨੇ। ਕਹਿੰਦੇ ਪੀਰ ਦੇ ਚੇਲਿਆਂ ਨੇ ਕਿਹਾ ਵੀ ਐਡੀ ਦੂਰੋਂ ਮਠਿਆਈ ਲੈ ਕਰਕੇ ਵੀ ਆਏ ਹਾਂ, ਫਿਰ ਵਾਪਸ ਦੇ ਦਿੱਤੀਆਂ, ਇਹਦਾ ਮਤਲਬ ਕੀ? ਕਹਿੰਦੇ ਮੈਂ ਪਛਾਣਨਾ ਚਾਹੁੰਦਾ ਸੀ ਬਈ ਇਹ ਹਿੰਦੂਆਂ ਨੂੰ ਪ੍ਰਵਾਨ ਕਰੇਗਾ ਕਿ ਮੁਸਲਮਾਨਾਂ ਨੂੰ ਪ੍ਰਵਾਨ ਕਰੇਗਾ। ਇਹਨਾਂ ਦੋਨਾਂ ਦੇ ਉੱਪਰ ਹੀ ਹੱਥ ਰੱਖ ਦਿੱਤੇ ਨੇ, ਦੋਨੋਂ ਹੀ ਪ੍ਰਵਾਨ ਨੇ। ਦੂਸਰਿਆਂ ਨੇ ਪੁੱਛਿਆ, ਕਹਿੰਦੇ ਜਿਹੜੇ ਪਾਣੀ ਤੇ ਦੁੱਧ ਦੀਆਂ ਕੁੱਜੀਆਂ ਸਨ ਉਹਨਾਂ ਨੂੰ ਕਿਉਂ ਡੋਲਿਆ? ਕਹਿੰਦੇ ਮੈਂ ਸੋਚਿਆ ਸੀ ਮਨ ਦੇ ਵਿੱਚ ਵੀ ਇਹ ਹਿੰਦੂ ਧਰਮ ਨੂੰ ਗ੍ਰਹਿਣ ਕਰੇਗਾ ਕਿ ਮੁਸਲਮਾਨ ਧਰਮ ਨੂੰ ਗ੍ਰਹਿਣ ਕਰੇਗਾ। ਇਹਨੇ ਕੁੱਜੀਆਂ ਨੂੰ ਡੋਲ ਦਿੱਤਾ ਹੈ। ਨਾ ਮੈਂ ਹਿੰਦੂ ਧਰਮ ਨੂੰ ਗ੍ਰਹਿਣ ਕਰਾਂਗਾ, ਨਾ ਮੈਂ ਮੁਸਲਮਾਨ ਧਰਮ ਨੂੰ, ਇੱਕ ਨਵਾਂ ਹੀ ਧਰਮ ਚਲਾਵਾਂਗਾ। ਕੋਈ ਕਰ ਜਾਵੇ ਗੁਰੂ ਦਸਵੇਂ ਪਾਤਸ਼ਾਹ ਚਰਨਾਂ ਨੂੰ ਭਾਵੇਂ ਨਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਨਵਾਂ ਹੀ ਧਰਮ ਚਲਾ ਦਿਆਂਗਾ, ਨਵਾਂ ਹੀ ਇਸ ਸੰਸਾਰ ਦੇ ਵਿੱਚ। ਅੱਜ ਕਹਿੰਦੇ ਨੇ ਨਾ ਪਖੰਡੀ, ਜਿਹੜੇ ਸਾਰੀ ਜ਼ਿੰਦਗੀ ਤਾਂ ਆਪਣੀ ਤੁਹਾਡੇ ਮਾਇਆ ਦੇ ਨਾਲ ਗੁਜ਼ਾਰਾ ਕਰਦੇ ਰਹੇ, ਅੱਜ ਉਹ ਮੀਡੀਆ ਦੇ ਉੱਪਰ ਲਾਈਵ ਹੋ ਕਰਕੇ ਕਹਿੰਦੇ ਨੇ ਵੀ ਅੱਜ ਸਾਨੂੰ ਪੈਸਿਆਂ ਦੀ ਲੋੜ ਹੈ, ਫਲਾਨੀ ਚੀਜ਼ ਲਗਵਾਉਣੀ ਹੈ, ਸਾਡੇ ਡੇਰੇ ਵਿੱਚ ਉਹ ਕੁਝ ਨਹੀਂ। ਤੇ ਉਹ ਕਹਿੰਦੇ ਕਿਸੇ ਨੇ ਧਰਮ ਚਲਾਇਆ ਹੀ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ। ਕਹਿੰਦੇ ਨੇ ਪਖੰਡੀ। ਮਹਾਰਾਜ ਜੀ ਕਹਿੰਦੇ ਨਹੀਂ, ਮੈਨੂੰ ਉਸ ਪਰਮੇਸ਼ਰ ਨੇ ਭੇਜਿਆ ਹੀ ਇਸ ਕਰਕੇ ਸੀ ਧਰਮ ਚਲਾਵਨ ਸੰਤ ਉਬਾਰਨ। ਧਰਮ ਚਲਾਉਣ ਦੇ ਲਈ ਇਸ ਸੰਸਾਰ ਦੇ ਵਿੱਚ ਆਇਆ ਹਾਂ, ਸੰਤਾਂ ਦੀ ਰੱਖਿਆ ਕਰਨ ਦੇ ਲਈ ਇਸ ਸੰਸਾਰ ਦੇ ਵਿੱਚ ਆਇਆ ਹਾਂ। ਉਹ ਗੁਰੂ ਪਿਆਰਿਓ, ਇੱਕ ਮੁਸਲਮਾਨ ਦਾ ਇੰਨਾ ਭਰੋਸਾ ਤੁਹਾਡੇ ਗੁਰੂ ਤੇ ਸਿੱਖ ਦਾ ਭਰੋਸਾ ਕਿਉਂ ਨਹੀਂ ਬਣਦਾ? ਇੱਥੇ ਬਸ ਨਾ ਕਰਾਂ। ਲੇਖਕ ਫੇਰ ਲਿਖਦਾ ਹੈ, ਕਹਿੰਦੇ ਜਦੋਂ ਮੈਂ ਦੇਖਦਾ ਹਾਂ ਬਈ ਇਹ ਤਾਂ ਮੰਗ ਰਿਹਾ ਹੈ, ਇਹ ਦਾਨੀ ਨਹੀਂ, ਇਹ ਤਾਂ ਇੱਕ ਭਿਖਾਰੀ ਹੈ, ਫੇਰ ਧਿਆਨ ਚਲੇ ਜਾਂਦਾ ਹੈ ਉਧਰ। ਇਹ ਭਿਖਾਰੀ ਨਹੀਂ, ਇਹ ਤਾਂ ਐਡਾ ਵੱਡਾ ਦਾਨੀ ਹੈ, ਇਹਨੇ ਤਾਂ ਆਪਣਾ ਪਰਿਵਾਰ ਵੀ ਵਾਰ ਦੇਣਾ ਹੈ। ਇਹਦੇ ਵਰਗਾ ਸਰਵੰਸ ਦਾਨੀ ਕੋਈ ਨਹੀਂ। ਇਹਨੇ ਆਪਣੇ ਪੁੱਤਰਾਂ ਦੀ ਪਰਵਾਹ ਨਹੀਂ ਕਰਨੀ, ਇਹਨੇ ਆਪਣੇ ਮਹਿਲਾਂ ਦੀ ਪਰਵਾਹ ਨਹੀਂ ਕਰਨੀ, ਇਹਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਨੀ, ਸਭ ਕੁਝ ਹੀ ਵਾਰ ਦੇਣਾ ਹੈ। ਤੇ ਵਾਰ ਕਰਕੇ ਫਿਰ ਇਹ ਵੀ ਕਹਿ ਦੇਣਾ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ, ਲੱਖ ਹਜ਼ਾਰ, ਕਈ ਹਜ਼ਾਰ। ਕਹਿੰਦਾ ਇਹਨਾਂ ਪੁੱਤਰਾਂ ਤੋਂ ਵਾਰ ਦੇਣੇ ਨੇ। ਮੈਂ ਤਾਂ ਹੈਰਾਨ ਹੋ ਗਿਆ। ਉਹ ਕਹਿੰਦਾ ਇਹੋ ਜਿਹਾ ਸੰਪੂਰਨ ਮਨੁੱਖ, ਪੂਰਨ ਮਨੁੱਖ, ਸੰਪੂਰਨ ਕਹੀਏ ਅਸੀਂ ਸ਼ਬਦ ਵਰਤੀਏ, ਇਹੋ ਜਿਹਾ ਸੰਪੂਰਨ ਮਨੁੱਖ ਦੁਨੀਆ ਵਿੱਚ ਕੋਈ ਨਹੀਂ ਹੋਇਆ। ਕਿਉਂ? ਕਿਉਂਕਿ ਹਰੇਕ ਧਰਮੀ, ਚਾਹੇ ਕਿਸੇ ਵੀ ਧਰਮ ਦਾ, ਮੁਸਲਮਾਨ ਧਰਮ ਦਾ ਹੈ, ਉਹ ਤੇਰੇ ਗੁਰੂ ਦੀ ਵਡਿਆਈ ਕਰਦਾ ਹੈ। ਹਿੰਦੂ ਧਰਮ ਦਾ ਉਹ ਵਡਿਆਈ ਕਰਦਾ ਹੈ। ਧਿਆਨ ਮਾਰ ਕਰਕੇ ਦੇਖੋ, ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੰਗਾ ਦੇ ਕਿਨਾਰੇ
ਪ੍ਰਗਟ ਹੋਣਾ ਕੀਤਾ ਹੈ। ਜਿਸ ਗੰਗਾ ਦੇ ਵਿੱਚ ਕਿਸੇ ਸਮੇਂ ਬੁੱਧ ਨੇ ਆਣ ਕਰਕੇ ਆਪਣੇ ਹਥਿਆਰ ਸੁੱਟ ਕਰਕੇ ਸਭ ਕੁਝ ਹੀ ਤਿਆਗ ਕਰਕੇ ਜੰਗਲਾਂ ਨੂੰ ਚਲੇ ਗਏ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਗੰਗਾ ਦੇ ਕਿਨਾਰੇ ਹੀ ਅੱਜ ਆਣ ਕਰਕੇ ਕਿਰਪਾਨ ਚੁੱਕ ਲਈ ਹੈ। ਉਸ ਗੰਗਾ ਦੇ ਕਿਨਾਰੇ, ਉਸ ਗੰਗਾ ਦੇ ਕਿਨਾਰੇ ਹੀ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਗੰਗਾ ਦੇ ਕਿਨਾਰੇ ਆਪਣੇ ਸਾਥੀਆਂ ਦੀਆਂ ਟੋਲੀਆਂ ਬਣਾ ਕਰਕੇ ਆਪਸ ਦੇ ਵਿੱਚ ਜੰਗ ਲੜਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਸਮਾਂ ਬਦਲ ਗਿਆ ਹੈ, ਹੁਣ ਸਮਾਂ ਬਦਲ ਗਿਆ ਹੈ। ਨਵਾਬ ਨੂੰ ਇਹ ਸੀਸ ਨਹੀਂ ਨਿਵੇਗਾ, ਪ੍ਰਮਾਤਮਾ ਨੂੰ ਨਿਵੇਗਾ। ਉਸ ਸਮੇਂ ਦੇ ਪਟਨੇ ਦੇ ਨਵਾਬ ਦੇ ਅੱਗੇ ਸੀਸ ਨਹੀਂ ਝੁਕਾਇਆ, ਬਲਕਿ ਦੰਦੀਆਂ ਚੁੜਾਈਆਂ ਨੇ ਬੱਚਿਆਂ ਦੇ ਵਾਂਗੂ। ਪਰ ਉੱਥੇ ਇੱਕ ਹਿੰਦੂ ਵੀ ਹੈ। ਗੰਗਾ ਦੇ ਕਿਨਾਰੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਲ ਗੋਬਿੰਦ ਰਾਏ ਜੀ ਜਦੋਂ ਜਾਂਦੇ ਨੇ ਨਾ, ਆਪਣੇ ਸਾਥੀਆਂ ਨੂੰ ਨਾਲ ਲੈ ਜਾਂਦੇ ਨੇ, ਤੇ ਜਿਹੜੇ ਗੰਗਾ ਦੇ ਕਿਨਾਰੇ ਪੰਡਤ ਬੈਠੇ ਹੁੰਦੇ ਸਨ ਨਾ, ਉਹਨਾਂ ਦੇ ਕਮੰਡਲ, ਕਰ ਮੰਡਲ ਵੀ ਕਹਿੰਦੇ ਨੇ, ਜਿਹੜੇ ਉਹਨਾਂ ਦੇ ਕੋਲ ਬੈਠੇ ਪਏ ਹੋਇਆ ਕਰਦੇ ਸਨ ਨਾ, ਤੇ ਆਪ ਬੈਠੇ ਹੋਣਾ ਵੀ ਅੱਖਾਂ ਮੀਟ ਕਰਕੇ ਰਾਮ ਨਾਮ ਜਪਣਾ, ਪਰਾਇਆ ਮਾਲ ਆਪਣਾ, ਅੱਖਾਂ ਮੀਟ ਲੈਣੀਆਂ ਵੀ ਕਿਸੇ ਤਰ੍ਹਾਂ ਲੋਕੀ ਦੇਖ ਲੈਣ ਵੀ ਇਹ ਭਗਤੀ ਕਰਦਾ, ਥੋੜਾ ਬਹੁਤਾ ਕੁਝ ਦੇ ਕਰਕੇ ਹੀ ਜਾਣਗੇ। ਜਿਹੜੇ ਕਰਮੰਡਲ ਹੋਇਆ ਕਰਦੇ ਸਨ ਉਹਨਾਂ ਦੇ ਵਿੱਚ ਜਲ ਰੱਖਿਆ ਹੁੰਦਾ ਸੀ, ਉਹਨਾਂ ਨੇ ਪੈਰ ਮਾਰਨੇ, ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਪੈਰ ਮਾਰਨੇ ਜਾਂ ਆਪਣੇ ਸਾਥੀਆਂ ਨੂੰ ਕਹਿ ਦੇਣਾ ਤੇ ਉਹ ਡੋਲ ਦੇਣੇ। ਕਈ ਕਰਮੰਡਲ ਹੀ ਚੱਕ ਕਰਕੇ ਗੰਗਾ ਦੇ ਵਿੱਚ ਸੁੱਟ ਦੇਣੇ। ਕਹਿੰਦੇ ਇਸ ਗੱਲ ਦਾ ਖਾਤਮਾ ਕਰਨ ਲਈ ਆਇਆ ਹਾਂ। ਪਰ ਉਹਨਾਂ ਦੇ ਵਿੱਚ ਇੱਕ ਪੰਡਤ ਨੇ ਜਿਹੜੇ ਸੱਚੀ ਬੰਦਗੀ ਕਰਦੇ ਨੇ, ਉਹ ਨੇ ਪੰਡਤ ਸ਼ਿਵਦੱਤ। ਬੰਦਗੀ ਸੱਚੀ ਹੈ, ਜੁੜੇ ਰਹਿੰਦੇ ਨੇ ਤੇ ਮਨ ਦੇ ਵਿੱਚ ਹੀ ਇਹ ਸੋਚਦੇ ਨੇ ਵੀ ਲੋਕ ਵਡਿਆਈ ਕਰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਲਾਲ ਦੀ। ਮੈਂ ਤਾਂ ਜਾਣਾ ਜੇ ਮੈਨੂੰ ਰਾਮ ਦੇ ਰੂਪ ਦੇ ਵਿੱਚ ਆਣ ਕਰਕੇ ਦਰਸ਼ਨ ਦੇਣ। ਪੱਕਾ ਪੰਡਤ ਹਾਂ, ਹਿੰਦੂ ਹਾਂ, ਮੈਂ ਪ੍ਰਵਾਨ ਨਹੀਂ ਕਰ ਸਕਦਾ ਸਿੱਖ ਧਰਮ ਦੇ ਅੰਦਰ ਵੀ ਮੈਂ ਉਸ ਨੂੰ ਉਹ ਆਪਣਾ ਇਸ਼ਟ ਮੰਨਾਂਗਾ ਤਾਂ ਜੇ ਮੈਨੂੰ ਰਾਮ ਦੇ ਰੂਪ ਦੇ ਵਿੱਚ ਆਣ ਕਰਕੇ ਦਰਸ਼ਨ ਦੇਣ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਡਤ ਜੀ ਬੈਠੇ ਹੋਇਆ ਕਰਦੇ ਸਨ, ਰੋਜ਼ ਉਹਨਾਂ ਨੂੰ ਛੇੜਨ ਦੇ ਲਈ ਨਾ ਕੰਨਾਂ ਦੇ ਵਿੱਚ ਕਹਿ ਕਰਕੇ ਜਾਇਆ ਕਰਦੇ ਸਨ, ਪੰਡਤ ਜੀ ਝਾਤ ਕਹਿ ਕਰਕੇ ਨਿਕਲ ਜਾਣਾ। ਤੇ ਅੱਜ ਉਹ ਸਮਾਂ ਆ ਗਿਆ, ਪਰ ਪੰਡਤ ਜੀ ਵੀ ਡੋਲਿਆ ਨਹੀਂ ਸੀ ਕਰਦੇ, ਕਦੀ ਆਪਣੇ ਨੇਤਰ ਨੂੰ ਖੋਲਿਆ ਨਹੀਂ ਸੀ ਕਰਦੇ। ਅੱਜ ਉਹ ਸਮਾਂ ਆ ਗਿਆ ਤੇ ਧੰਨ ਗੁਰੂ ਗੋਬਿੰਦ ਰਾਏ ਆਣ ਕਰਕੇ ਪੰਡਤ ਜੀ ਨੂੰ ਕਹਿੰਦੇ ਨੇ, ਕਹਿੰਦੇ ਪੰਡਤ ਜੀ ਅੱਖਾਂ ਖੋਲ ਕਰਕੇ ਦੇਖੋ ਸਾਹਮਣੇ ਕੌਣ ਆਇਆ ਹੈ। ਪੰਡਤ ਜੀ ਜਿਹਦੀ ਤੁਸੀਂ ਆਸ ਲਾ ਕਰਕੇ ਗੰਗਾ ਦੇ ਕਿਨਾਰੇ ਬੈਠੇ ਹੋ, ਦੇਖੋ ਅੱਜ ਤੁਹਾਡਾ ਇਸ਼ਟ ਉਹੀ ਆ ਗਿਆ। ਕਹਿੰਦੇ ਜਦੋਂ ਅੱਖਾਂ ਖੋਲੀਆਂ, ਨੇਤਰ ਖੋਲੇ ਨੇ ਨਾ, ਸਾਹਮਣੇ ਰਾਮਚੰਦਰ ਦੇ ਦਰਸ਼ਨ ਹੋ ਗਏ। ਰਾਮ ਨੂੰ ਮੰਨਣ ਵਾਲਾ ਸੀ, ਉਹੀ ਸਰੂਪ ਹੈ। ਅੱਜ ਹੈਰਾਨ ਹੋ ਗਿਆ, ਚਰਨੀ ਪੈ ਗਿਆ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ। ਕਹਿਣ ਲੱਗਾ ਇਸ਼ਟ ਇਸ ਸੰਸਾਰ ਦੇ ਵਿੱਚ ਹੈ, ਗੁਰੂ ਹੈ, ਪ੍ਰਮਾਤਮਾ ਹੈ, ਤੇ ਇਹੋ ਹੀ ਹੈ। ਹੈਰਾਨ ਹੋ ਗਿਆ। ਤੇ ਉਹਨੂੰ ਮੰਨਣ ਵਾਲੇ ਪੰਡਤ ਸ਼ਿਵਦੱਤ ਨੂੰ ਨਾ ਉੱਥੋਂ ਦਾ ਇੱਕ ਮੈਣੀ ਨਾਮ ਦਾ ਖੱਤਰੀ ਹੋਇਆ ਕਰਦਾ ਸੀ, ਜਿਹਨੂੰ ਲੋਕ ਰਾਜਾ ਕਹਿ ਕਰਕੇ ਵੀ ਬੁਲਾਇਆ ਕਰਦੇ ਸਨ। ਘਰ ਦੇ ਵਿੱਚ ਕਿਸੇ ਇੱਕ ਪ੍ਰਕਾਰ ਦੀ ਕਮੀ ਨਹੀਂ ਸੀ, ਕਿਸੇ ਪ੍ਰਕਾਰ ਦੀ। ਰਾਜਾ ਮੈਣੀ ਉਹਨੂੰ ਮੰਨਣ ਵਾਲਾ ਸੀ, ਪਰ ਉਹਨਾਂ ਦੇ ਘਰ ਦੇ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ, ਪੁੱਤਰ ਦੀ ਕਦੀ ਆਸ ਪੂਰੀ ਹੋਈ ਨਹੀਂ। ਉਹ ਪੰਡਤ ਜੀ ਦੇ ਕੋਲ ਮੰਗਿਆ ਕਰਦੇ ਸਨ ਆਣ ਕਰਕੇ ਵੀ ਤੂੰ ਕਿਤੇ ਅਰਦਾਸ ਕਰਦੀ ਸਾਡੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ। ਤੇ ਅੱਜ ਪੰਡਤ ਜੀ ਨੂੰ ਆਣ ਕਰਕੇ ਕਿਹਾ ਵੀ ਕਿਤੇ ਅਰਦਾਸ ਕੀਤੀ, ਕਿਤੇ ਬੇਨਤੀ ਕੀਤੀ, ਕਹਿਣ ਲੱਗੇ ਵੀ ਤੁਹਾਨੂੰ ਪੁੱਤਰ ਮਿਲ ਸਕਦਾ ਹੈ। ਕਹਿੰਦੇ ਕਿੱਥੋਂ? ਪਰ ਕਹਿੰਦੇ ਦਰ ਜਿਹੜਾ ਬਦਲੀ ਕਰਨਾ ਪਵੇਗਾ। ਕਹਿੰਦੇ ਕਿਹੜਾ ਦਰ? ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ, ਗੋਬਿੰਦ ਰਾਏ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ। ਤੇ ਜਿਹੜੇ ਪਿਆਸੇ ਹੋਇਆ ਕਰਦੇ ਨੇ ਨਾ, ਉਹਨਾਂ ਨੂੰ ਕਿਤੇ ਪਿਆਸ ਬੁਝਾਉਣ ਦੇ ਲਈ ਆਸ ਮਿਲ ਜਾਵੇ, ਉਹਨਾਂ ਨੂੰ ਪਤਾ ਲੱਗ ਜਾਵੇ ਫਲਾਨੀ ਜਗ੍ਹਾ ਤੇ ਜਲ ਹੈ,
ਮੇਰੀ ਪਿਆਸ ਬੁਝ ਜਾਵੇਗੀ। ਜਿਹੜਾ ਭੁੱਖਾ ਹੋਇਆ ਕਰਦਾ ਉਹਨੂੰ ਪਤਾ ਲੱਗ ਜਾਵੇ ਫਲਾਨੀ ਜਗ੍ਹਾ ਤੇ ਅੰਨ ਹੈ, ਮੈਨੂੰ ਅੰਨ ਮਿਲ ਜਾਵੇਗਾ, ਤੇ ਉਹ ਆਪਣਾ ਮੁਖੜਾ, ਆਪਣਾ ਮੁਖ ਜਿਹੜਾ ਉਧਰਲੇ ਪਾਸੇ ਨੂੰ ਕਰਕੇ ਤੁਰ ਪੈਂਦੇ ਨੇ। ਪਿਆਸ ਹੈ ਪੁੱਤਰ ਦੀ, ਪੁੱਤਰ ਨਹੀਂ ਘਰ ਦੇ ਵਿੱਚ, ਧਨ ਦੌਲਤ ਦੀ ਕਮੀ ਕੋਈ ਨਹੀਂ, ਬਾਦਸ਼ਾਹਾਂ ਵਾਲਾ ਜੀਵਨ ਹੈ। ਤੇ ਕਹਿੰਦੇ ਹੁਣ ਉਧਰ ਨੂੰ ਧਿਆਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਸਾਡੇ ਮਹਿਲਾਂ ਦੇ ਵਿੱਚ ਆਉਣ ਬਾਲ ਰਾਏ ਗੋਬਿੰਦ, ਬਾਲ ਰਾਏ ਦੇ ਵਿੱਚ ਬਾਲਕ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇਣ ਆਣ ਕਰਕੇ। ਕਈ ਵਾਰੀ ਘਰ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾ ਕਰਕੇ ਦਰਸ਼ਨ ਕਰਨ ਦੀ। ਤੇ ਅੱਜ ਖੇਡਦਿਆਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਸਮੇਤ ਉਸ ਰਾਜੇ ਮੈਣੀ ਦੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਮਾਤਾ ਰਾਣੀ ਮੈਣੀ ਉਹ ਘਰ ਦੇ ਵਿੱਚ ਬੈਠੀ ਹੋਈ ਹੈ, ਆਣ ਕਰਕੇ ਕੋਲ ਬੈਠੇ ਨੇ। ਤੇ ਅੱਜ ਬੇਨਤੀ ਕੀਤੀ ਹੈ ਰਾਣੀ ਮੈਣੀ ਨੇ, ਕਹਿਣ ਲੱਗੀ ਬਾਲ ਗੋਬਿੰਦ ਰਾਏ ਜੀ ਸਾਡੇ ਤੇ ਕਿਰਪਾ ਕਰ ਦਿਓ। ਕਹਿੰਦੇ ਦੱਸੋ, ਤੁਹਾਡੇ ਵਰਗਾ ਪੁੱਤਰ ਚਾਹੀਦਾ ਹੈ, ਤੁਹਾਡੇ ਵਰਗਾ ਪੁੱਤਰ ਦੀ ਲੋੜ ਹੈ। ਤੇ ਕਹਿੰਦੇ ਗੋਬਿੰਦ ਰਾਏ ਜੀ ਉੱਠ ਕਰਕੇ ਗੋਦੀ ਵਿੱਚ ਬੈਠ ਗਏ ਤੇ ਕਹਿਣ ਲੱਗੇ ਮੇਰੇ ਵਰਗਾ ਪੁੱਤਰ ਤਾਂ ਫਿਰ ਮੈਂ ਹੀ ਹਾਂ, ਮੇਰੇ ਵਰਗਾ ਪੁੱਤਰ ਹੋਰ ਕੋਈ ਨਹੀਂ ਹੋਵੇਗਾ। ਸੱਚ ਜਾਣੀ ਮਾਤਾ ਜੇ ਮੈਨੂੰ ਪੁੱਤਰ ਬਣਾ ਲਵੇਂ ਤੈਨੂੰ ਕਿਸ ਗੱਲ ਦੀ ਕਮੀ ਹੈ। ਤੇ ਰਾਣੀ ਮੈਣੀ ਕਹਿਣ ਲੱਗੀ, ਕਹਿੰਦੀ ਪੁੱਤਰ ਤਾਂ ਤੈਨੂੰ ਬਣਾ ਲਵਾਂ, ਪਰ ਮੈਨੂੰ ਦੱਸ ਜੋ ਮਾਤਾ ਗੁਜਰੀ ਜੀ ਦੀ ਗੋਦੀ ਵਿੱਚ ਬੈਠ ਕਰਕੇ ਮਾਤਾ ਗੁਜਰੀ ਜੀ ਨੂੰ ਆਨੰਦ ਦਿੰਨਾ ਹੈ, ਉਹ ਮੇਰੀ ਗੋਦੀ ਵਿੱਚ ਬੈਠ ਕਰਕੇ ਮੈਨੂੰ ਦਵੇਂਗਾ? ਕਹਿਣ ਲੱਗੇ ਮਾਤਾ ਜੋ ਮਾਤਾ ਗੁਜਰੀ ਜੀ ਆਨੰਦ ਲੈਂਦੇ ਨੇ ਨਾ ਆਪਣੀ ਗੋਦੀ ਵਿੱਚ ਬਿਠਾ ਕਰਕੇ ਪੁੱਤਰ ਦਾ, ਉਸ ਆਨੰਦ ਦੇ ਵਿੱਚ ਕਿਸੇ ਪ੍ਰਕਾਰ ਦੀ ਤੇਰੀ ਗੋਦੀ ਵਿੱਚ ਵੀ ਕਮੀ ਨਹੀਂ ਆਵੇਗੀ। ਜਾ, ਤੂੰ ਮੇਰੀ ਮਾਂ ਹੈ। ਕਹਿੰਦੇ ਫਿਰ ਪੁੱਤਰ ਆਪਣੀ ਮਾਂ ਨੂੰ ਕਿਵੇਂ ਬੁਲਾਉਂਦਾ ਹੈ? ਤੇ ਬਾਲ ਗੋਬਿੰਦ ਰਾਏ ਕਹਿਣ ਲੱਗੇ ਮਾਤਾ ਘਰ ਦੇ ਵਿੱਚ ਜੋ ਬਣਿਆ ਅੱਜ ਛਕਾ ਦੇ, ਭੁੱਖ ਬੜੀ ਲੱਗੀ ਹੋਈ ਹੈ। ਇਵੇਂ ਬੁਲਾਉਂਦਾ ਹੈ ਪੁੱਤਰ ਆਪਣੀ ਮਾਂ ਨੂੰ, ਜਾ ਕਰਕੇ ਕਹਿੰਦਾ ਹੈ ਨਾ ਪੁੱਤ, ਮਾਂ ਜੋ ਘਰ ਦੇ ਵਿੱਚ ਬਣਿਆ ਛਕਾ ਦੇ, ਭੁੱਖ ਬੜੀ ਲੱਗੀ ਹੋਈ ਹੈ। ਕਹਿੰਦੇ ਘਰ ਦੇ ਵਿੱਚ ਤਾਂ ਪੂਰੀਆਂ ਤੇ ਸੁੱਕੇ ਛੋਲੇ ਬਣੇ ਹੋਏ ਨੇ। ਤੇ ਕਹਿਣ ਲੱਗੇ ਉਹੋ ਹੀ ਛਕਾ ਦੇ ਮਾਂ, ਅੱਜ ਉਹਨਾਂ ਦੇ ਨਾਲ ਹੀ ਭੁੱਖ ਦੂਰ ਕਰ ਲਵਾਂਗੇ। ਅਜਿਹਾ ਪ੍ਰਚਾਰ ਹੋਇਆ, ਅਜਿਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ, ਇਹੋ ਜਿਹੀ ਕਿਰਪਾ ਦ੍ਰਿਸ਼ਟੀ ਹੋਈ। ਅੱਜ ਤੱਕ ਵੀ ਉਹ ਪ੍ਰਸ਼ਾਦ ਉਸ ਗੁਰੂ ਘਰ ਦੇ ਵਿੱਚ ਮਿਲਦਾ ਹੈ। ਮੈਂ ਹੈਰਾਨ ਹੋ ਜਾਣਾ ਜਦੋਂ ਲੋਕ ਕਈ ਪ੍ਰਕਾਰ ਦੇ ਜਿਹੜੇ ਅੱਜ ਕੱਲ੍ਹ ਦਾ ਸਮਾਂ ਚੱਲ ਰਿਹਾ ਨਾ, ਤਰਕਬਾਜ਼ ਬੜੇ ਨੇ, ਤਰਕ ਬੜੀ ਕਰਦੇ ਨੇ। ਖਾਸ ਕਰਕੇ ਗੁਰੂ ਘਰ ਨੂੰ ਤਾਂ ਨਿਸ਼ਾਨਾ ਰੱਖਿਆ ਹੀ ਹੋਇਆ ਸੀ। ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ? ਮੈਂ ਕਹਿੰਦਾ ਹੁੰਨਾ ਵੀ ਤੁਸੀਂ ਉੱਥੇ ਜਾ ਕਰਕੇ ਚੈੱਕ ਕਰੋ ਵੀ ਵਾਕਈ ਇਹ ਹੋ ਸਕਦਾ ਕਿ ਨਹੀਂ। ਕਹਿੰਦੇ ਨੇ ਜੇ ਇਹ ਹੈ ਤਾਂ ਗੁਰੂ ਤਾਂ ਕਰਾਮਾਤ, ਗੁਰੂ ਕਰਾਮਾਤ ਨਹੀਂ ਕਰਦੇ। ਕਰਾਮਾਤ ਕਹਿਰ ਦਾ ਨਾਂ ਹੈ। ਕਈ ਗੱਲਾਂ ਦੇ ਵਿੱਚ ਕਹਿ ਦਿੰਦੇ ਨੇ ਵੀ ਗੁਰੂ ਕਹਿਰ ਕਰਾਮਾਤ ਨਹੀਂ ਕਰਦੇ। ਮੈਂ ਪਿੱਛੇ ਜੇ ਨਾ ਦਰਬਾਰ ਸਾਹਿਬ ਗਏ ਦਰਸ਼ਨ ਕਰਨ ਦੇ ਲਈ, ਤੇ ਬੜਾ ਮਨ ਦੇ ਵਿੱਚ ਰੀਝ ਸੀ ਵੀ ਸੁਣਿਆ ਬੜੀ ਵਾਰੀ ਹੈ, ਕੁਦਰਤੀ ਕਈ ਸਥਾਨ ਰਹਿ ਜਾਂਦੇ ਨੇ ਜਾਂ ਪਿੰਡਾਂ ਦੇ ਵਿੱਚ ਹੁੰਦੇ ਨੇ, ਇਤਿਹਾਸਕ ਸਥਾਨ ਰਹਿ ਜਾਂਦੇ ਨੇ। ਤੇ ਉਦੋਂ ਸਾਡੇ ਮਨ ਦੇ ਵਿੱਚ ਹੀ ਆਇਆ ਵੀ ਅਸੀਂ ਦਰਸ਼ਨ ਕਰਕੇ ਜਾਣੇ ਨੇ। ਇੱਕ ਸਥਾਨ ਹੈ ਤਰਨਤਾਰਨ ਸਾਹਿਬ ਦੀ ਧਰਤੀ ਦੇ ਨਜ਼ਦੀਕ, ਤਰਨਤਾਰਨ ਤੋਂ ਕੋਈ 10 ਕਿਲੋਮੀਟਰ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤਰਨਤਾਰਨ ਦਾ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ, ਸਾਰਿਆਂ ਤੋਂ ਵੱਡਾ ਸਰੋਵਰ ਤਰਨਤਾਰਨ ਦਾ ਮੰਨਿਆ ਜਾਂਦਾ ਹੈ। ਜਦੋਂ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ ਤੇ ਰਾਤ ਦੇ ਸਮੇਂ ਨਾ ਉਸ ਸਥਾਨ ਤੇ ਆਣ ਕਰਕੇ ਰਿਹਾ ਕਰਦੇ ਸਨ, ਜਿਹੜਾ 10 ਕਿਲੋਮੀਟਰ ਦੂਰ ਹੈ। ਤਰਨਤਾਰਨ ਹਜੇ ਸ਼ਹਿਰ ਵਸਿਆ ਨਹੀਂ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਰਿਹਾ ਕਰਦੇ ਸਨ ਤੇ ਸਵੇਰੇ ਸ਼ਾਮ ਸੰਗਤ ਹੁੰਦੀ ਸੀ ਉੱਥੇ ਆਣ ਕਰਕੇ। ਮਹਾਰਾਜ ਜੀ ਵਿਚਾਰਾਂ ਸਰਵਣ ਕਰਵਾਉਂਦੇ ਸਨ। ਇੱਕ ਦਿਨ ਸੰਗਤ ਬੈਠੀ ਹੋਈ ਹੈ, ਕਿਸੇ ਰਾਜੇ ਵੱਲੋਂ, ਰਾਜੇ ਦੀ ਫੌਜ ਆ ਰਹੀ ਹੈ, ਹਾਥੀ ਝੂਲਦੇ ਹੋਏ ਜਾ ਰਹੇ ਨੇ, ਘੋੜੇ ਠਮਕਾ ਮਾਰਦੇ ਜਾ ਰਹੇ ਨੇ।
ਊਠ ਜਾ ਰਹੇ ਨੇ, ਬਲਦ ਜਾ ਰਹੇ ਨੇ, ਤੇ ਸੰਗਤ ਉਧਰ ਨੂੰ ਤੱਕਣ ਲੱਗ ਪਈ ਸਾਰੀ ਬੈਠੀ ਹੋਈ, ਜਦੋਂ ਨਾਲ ਦੀ ਫੌਜ ਲੰਘ ਰਹੀ ਹੈ। ਮਹਾਰਾਜ ਜੀ ਕਹਿੰਦੇ ਕੀ ਤੱਕਦੇ ਹੋ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕੀ ਤੱਕਦੇ ਹੋ? ਦੇਖੋ ਸਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਸਾਨੂੰ ਆ ਮੜੀਆਂ ਕਬਰਾਂ ਇਹਨਾਂ ਦੇ ਉੱਪਰ ਜਾਂ ਪੰਡਤਾਂ ਦੇ ਉੱਪਰ ਭਰੋਸਾ ਬੜਾ ਬਣਿਆ ਹੋਇਆ ਵੀ ਪੰਡਤ ਨੇ ਜੋ ਕਹਿ ਦੇਣਾ ਉਹ ਸੱਚ ਹੋ ਜਾਣਾ ਹੈ। ਜਦੋਂ ਸੰਗਤ ਤੱਕ ਰਹੀ ਸੀ ਨਾ, ਗੁਰੂ ਸਾਹਿਬ ਨੇ ਕਿਹਾ ਕੀ ਤੱਕ ਰਹੇ ਹੋ? ਕਹਿੰਦੇ ਮਹਾਰਾਜ ਉਹ ਸਾਹਮਣੇ ਹਾਥੀ ਜਿਹੜੇ ਨੇ ਨਾ ਉਹ ਝੂਲਦੇ ਜਾਂਦੇ ਨੇ, ਬੜੇ ਸੁੰਦਰ ਲੱਗਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਵੀ ਹੁਣ ਤੋਂ ਝੂਲਿਆ ਕਰਨਗੇ, ਮਹਿਲ ਜਿਹੜੇ ਨੇ ਹਮੇਸ਼ਾ ਝੂਲਦੇ ਰਹਿਣਗੇ, ਹਮੇਸ਼ਾ ਝੂਲਦੇ ਰਹਿਣਗੇ। ਇਹ ਇਤਿਹਾਸ ਪੜ੍ਹਿਆ ਵੀ, ਸੁਣਿਆ ਵੀ, ਪਰ ਦਰਸ਼ਨ ਨਹੀਂ ਸੀ ਕੀਤੇ। ਉਸ ਦਿਨ ਕਿਹਾ ਵੀ ਮਨ ਦੇ ਵਿੱਚ ਆ ਹੀ ਗਈ ਗੱਲ ਵੀ ਚਲੋ ਜਾ ਕਰਕੇ ਦਰਸ਼ਨ ਕਰਦੇ ਹਾਂ। ਚਲੇ ਗਏ ਦਰਬਾਰ ਸਾਹਿਬ ਤੋਂ ਸਿੱਧੇ ਉਸੇ ਸਥਾਨ ਦੇ ਉੱਪਰ। ਜਦੋਂ ਜਾ ਕਰਕੇ ਦੇਖੇ, ਦਰਸ਼ਨ ਕੀਤੇ ਨਾ, ਉੱਥੇ ਕੰਧ ਬਣੀ ਹੋਈ ਹੈ। ਕੰਧ ਦੇ ਉੱਪਰ 3 ਫੁੱਟ ਦੀ ਜਗ੍ਹਾ ਚੌੜੀ ਹੈ, ਥੱਲੇ ਉਹਦੇ ਪਿੱਲਰ ਨੇ, 2 ਆਲੇ ਦੁਆਲੇ ਪਿੱਲਰ ਨੇ, ਤੇ ਵਿਚਕਾਰ ਛੋਟੇ ਛੋਟੇ ਪਿੱਲਰ ਨੇ, ਬਿਲਕੁਲ ਕਹਿ ਦਈਏ 5-6 ਇੰਚੀ ਦੇ। ਉੱਪਰ ਬੈਠਣ ਨੂੰ ਜਗ੍ਹਾ ਹੈ, ਕੋਈ 8-10 ਜਾਣੇ ਬੈਠ ਸਕਦੇ ਨੇ ਕੰਧ ਦੇ ਉੱਪਰ। ਤੇ ਜਦੋਂ ਕੋਈ ਥੱਲਿਓਂ ਫਿਰ ਮਾੜਾ ਜਿਹਾ ਵੀ ਹਿਲਾ ਦੇਵੇ ਜਾਂ ਉੱਪਰ ਬੈਠ ਕਰਕੇ ਮਹਿਸੂਸ ਵੀ ਕਰੀਏ ਨਾ, ਤਾਂ ਉਹ ਹਵਾ ਦੇ ਵਿੱਚ ਆਪੇ ਹੀ ਹਿਲਦੀ ਰਹਿੰਦੀ ਹੈ, ਕੰਧ ਹਿਲਦੀ ਰਹਿੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ 400 ਸਾਲ ਹੋ ਗਏ ਅੱਜ ਤੱਕ ਕੰਧ ਹਿਲ ਰਹੀ ਹੈ। ਤੇ ਜੇ ਕੋਈ ਥੋੜਾ ਜਿਹਾ ਥੱਲਿਓਂ ਧੱਕਾ ਮਾਰ ਦੇਵੇ ਨਾ, ਇੰਜ ਮਹਿਸੂਸ ਹੁੰਦਾ ਵੀ ਭੁਚਾਲ ਹੀ ਆ ਗਿਆ, ਕੰਧ ਡਿੱਗ ਸਕਦੀ ਹੈ, ਪਰ ਅੱਜ ਤੱਕ ਡਿੱਗੀ ਕੋਈ ਨਹੀਂ। ਕਿਉਂ? ਕਿਉਂਕਿ ਗੁਰੂ ਸਾਹਿਬਾਂ ਦੇ ਕੀਤੇ ਹੋਏ ਬਚਨ ਅਟੱਲ ਨੇ। ਮੈਂ ਉਹਨਾਂ ਗੁਰਮੁਖਾਂ ਨੂੰ ਜਿਹੜੇ ਕਿੰਤੂ ਪਰੰਤੂ ਕਰਦੇ ਨੇ ਨਾ, ਜਿਨ੍ਹਾਂ ਦੇ ਤਰਕਵਾਜ ਨੇ, ਉਹਨਾਂ ਨੂੰ ਇਹ ਗੱਲ ਦਾ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ। ਮੇਰੇ ਮਨ 'ਚ ਹੀ ਸੀ ਵੀ ਕਿਤੇ ਕਹਿ ਤਾਂ ਸਕੀਏ ਭਾਈ ਉੱਥੇ ਜਾ ਕਰਕੇ ਦੇਖ ਲਿਓ ਗੁਰੂ ਨੇ ਕਰਾਮਾਤ ਕੀਤੀ ਹੈ। ਉਹ ਦਰਸਾ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ। ਹੁਣ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਮਚੰਦਰ ਬਣ ਕਰਕੇ ਦਰਸ਼ਨ ਦਿੰਦੇ ਨੇ, ਤੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਾਮਾਤ ਕਰ ਰਹੇ ਨੇ? ਭੀਖਣ ਸ਼ਾਹ ਨੂੰ ਅੱਲਾ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ, ਇਹ ਵੀ ਬੜੀ ਤਕੜੀ ਕਰਾਮਾਤ ਹੋ ਗਈ। ਮੁਸਲਮਾਨ ਇੱਕ ਜਿਹੜਾ ਕਿਸੇ ਨੂੰ ਮੰਨਦਾ ਹੀ ਕੋਈ ਨਹੀਂ, ਅੱਜ ਆਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨੀ ਪੈ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸੰਸਾਰ ਦੇ ਕਲਿਆਣ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਨੇ। ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਨਾ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ ਹੈ। ਤਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਕੋਈ ਅਸੀਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰੀਏ। ਕਈ ਵਾਰੀ ਆਪਾਂ ਕਹਿੰਦੇ ਆ ਵੀ ਅਸੀਂ ਅਰਦਾਸ ਕੀਤੀ ਸੀ ਗੁਰੂ ਚਰਨਾਂ ਦੇ ਵਿੱਚ, ਗੁਰਦੇਵ ਪਾਤਸ਼ਾਹ ਜੀ ਨੇ ਤਾਂ ਅਰਦਾਸ ਪਰਵਾਹ ਹੀ ਨਹੀਂ ਕੀਤੀ। ਗੁਰੂ ਕੇ ਸਿੱਖਾਂ ਕਦੀ ਆਪਣੇ ਮਨ ਵਿੱਚ ਇਹ ਵੀ ਸੋਚਿਆ ਕਰ ਵੀ ਮੈਂ ਅਰਦਾਸ ਵਾਲਾ ਹਿਰਦਾ ਬਣਾਇਆ ਵੀ ਕਿ ਨਹੀਂ, ਮੇਰਾ ਮਨ ਵੀ ਅਰਦਾਸ ਵਾਲਾ ਹੈ ਕਿ ਨਹੀਂ। ਜੇ ਬੇਈਮਾਨੀ ਹੈ ਪਹਿਲੇ ਅਰਦਾਸ ਦੇ ਵਿੱਚ ਵੀ ਅੱਜ ਗੁਰੂ ਤੋਂ ਆ ਮੰਗ ਲੈਣਾ, ਜੇ ਮਿਲ ਗਿਆ ਤੇ ਮੁੜ ਕੇ ਗੁਰੂ ਘਰ ਦੇਖਣਾ ਹੀ ਨਹੀਂ, ਤੱਕਣਾ ਹੀ ਨਹੀਂ, ਤੇ ਫਿਰ ਮਿਲੇਗਾ ਕਿਵੇਂ? ਲੈਂਦੇ ਨੇ ਗੁਰਸਿੱਖ, ਗੁਰੂ ਕੇ ਸਿੱਖ ਇੱਥੋਂ ਹੀ ਪ੍ਰਾਪਤ ਕਰਦੇ ਨੇ ਸਭ ਕੁਝ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਬਾਰੇ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ। ਉਹ ਪਰਮਾਤਮਾ ਦੇ ਆਪ ਰੂਪ ਨੇ, ਆਪ ਰੂਪ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਰੂਪ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਗੁਜਰੀ ਜੀ ਦੀ ਕੁੱਖੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਨ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਇੱਕ ਗੱਲ ਪ੍ਰਚਲਿਤ ਹੈ, ਜੋ ਹੁਕਮਨਾਮਿਆਂ ਦੇ ਰੂਪ ਦੇ ਵਿੱਚ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੁਕਮਨਾਮਾ ਪਟਨਾ ਸਾਹਿਬ ਦੀ ਧਰਤੀ ਤੇ ਮਿਲ ਜਾਵੇਗਾ, ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ। ਗੁਰੂ ਨਾਨਕ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਨੇ ਕਿਹਾ ਸੀ, ਜਿਸ ਸਮੇਂ ਸੁਲਤਾਨਪੁਰ ਦੀ ਧਰਤੀ ਤੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ
ਪਰਮੇਸ਼ਰ ਦੀ ਦਰਗਾਹ ਦੇ ਵਿੱਚ ਗਏ, ਇਸ਼ਨਾਨ ਕਰਨ ਲਈ ਗਏ ਤੇ ਤੀਸਰੇ ਦਿਨ ਵਾਪਸ ਆਏ। ਉਦੋਂ ਮਹਾਰਾਜ ਜੀ ਨੂੰ ਇੱਕ ਵਚਨ ਹੋਇਆ ਸੀ ਉਸ ਪਰਮੇਸ਼ਰ ਵੱਲੋਂ ਵੀ ਮੈਂ ਪਰਮੇਸ਼ਰ ਤੂੰ ਗੁਰ ਪਰਮੇਸ਼ਰ, ਉੱਚਾ ਬਣਾ ਦਿੱਤਾ ਹੈ, ਗੁਰ ਪਰਮੇਸ਼ਰ ਤੂੰ ਗਿਆਨ ਵੀ ਦਵੇਂਗਾ ਤੇ ਪਰਮੇਸ਼ਰ ਵੀ ਆਪ ਹੀ ਹੈ। ਤੇ ਇੱਧਰ ਜਦੋਂ ਅਨੰਦਪੁਰ ਪਟਨਾ ਸਾਹਿਬ ਦੀਆਂ ਘਟਨਾਵਾਂ ਜਦੋਂ ਸੰਗਤਾਂ ਦੇ ਵੱਲੋਂ ਪਤਾ ਲੱਗਦੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਦੋ ਵਾਰੀ ਸ਼ਿਕਾਇਤ ਵੀ ਕੀਤੀ ਵੀ ਲੜਕੀਆਂ ਦੇ ਘੜੇ ਭੰਨਦੇ ਨੇ, ਜੇ ਲੋਹੇ ਦੇ ਲਿਆਂਦੇ ਫਿਰ ਤੀਰਾਂ ਨਾਲ ਫੁੰਡਦੇ ਨੇ, ਜੇ ਪਿੱਤਲ ਦੇ ਲਿਆਂਦੇ ਉਹਨਾਂ ਦੇ ਵਿੱਚ ਵੀ ਗਲੀਆਂ ਕਰ ਦਿੰਦੇ ਨੇ। ਜਦੋਂ ਇਹ ਸਾਰਾ ਕੁਝ ਹੀ ਹੋਇਆ ਵੀ ਇਹ ਤੰਗ ਕਰਦੇ ਨੇ, ਇਹ ਨਵਾਬਾਂ ਨੂੰ ਸ਼ੀਸ ਨਹੀਂ ਨਿਵਾਉਂਦੇ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਇੱਕ ਹੁਕਮਨਾਮਾ ਭੇਜਿਆ ਸੀ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ, ਪਟਨਾ ਸਾਹਿਬ ਦੀ ਸੰਗਤ ਨੂੰ ਉਹ ਹੁਕਮਨਾਮਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਭੇਜਿਆ ਸੀ ਤੇ ਉਹਦੇ ਵਿੱਚ ਬਚਨ ਲਿਖੇ ਹੋਏ ਸਨ। ਕਿਉਂਕਿ ਆਰੰਭਤਾ ਜਿਹੜੀ ਹੁਕਮਨਾਮੇ ਦੀ ਹੁੰਦੀ ਸੀ ਨਾ ਉਸ ਸਮੇਂ ਗੁਰੂ ਸਾਹਿਬਾਂ ਵੱਲੋਂ, ਉਹ ਇਸੇ ਪ੍ਰਕਾਰ ਹੋਇਆ ਕਰਦੀ ਸੀ ਵੀ ਪਟਨਾ ਕੀ ਸਰਬੱਤ ਸੰਗਤ ਗੁਰੂ ਆਪ ਰੱਖੇਗਾ, ਆਪ ਰਾਖੀ ਕਰੇਗਾ। ਤੇ ਉਹਦੇ ਵਿੱਚ ਇੱਕ ਬਚਨ ਪੰਕਤੀ ਵਿਸ਼ੇਸ਼ ਕਰਕੇ ਲਿਖੀ ਸੀ, ਜੋ ਗੋਬਿੰਦ ਕੀਆ ਸੋ ਭਲਾ ਕੀਆ। ਗੋਬਿੰਦ ਕਹਿੰਦੇ ਨੇ ਪ੍ਰਮਾਤਮਾ ਨੂੰ, ਗੋ ਕਹਿੰਦੇ ਨੇ ਪ੍ਰਿਥਵੀ, ਬਿੰਦ ਕਹਿੰਦੇ ਨੇ ਰੱਖਿਆ ਕਰਨ ਵਾਲਾ। ਜੋ ਗੋਬਿੰਦ ਕੀਆ ਸੋ ਭਲਾ ਕੀਆ, ਕਹਿੰਦੇ ਇਹਨਾਂ ਨੂੰ ਕਿਸੇ ਨੇ ਵੀ ਰੋਕਣਾ ਨਹੀਂ, ਜੋ ਇਹ ਕਰਦੇ ਨੇ ਇਹਨਾਂ ਨੂੰ ਕਰਨ ਦੇਣਾ ਹੈ, ਇਹ ਦੁਨੀਆ ਦਾ ਭਲਾ ਹੀ ਕਰਨਗੇ। ਕਿਉਂਕਿ ਪ੍ਰਮਾਤਮਾ ਰੂਪ ਆਪ ਇਸ ਸੰਸਾਰ ਦੇ ਵਿੱਚ ਆਏ ਨੇ, ਦੋ ਪਾਸੇ ਦੀ ਭਗਤੀ ਦਾ ਮੁਜੱਸਮਾ ਨੇ, ਦੋ ਪਾਸੇ ਦੀ। ਜਦੋਂ ਦੋ ਪਾਸੇ ਦੀ ਭਗਤੀ ਇਕੱਠੀ ਹੋ ਕਰਕੇ ਇੱਕ ਜਗ੍ਹਾ ਟਿਕਦੀ ਹੈ ਨਾ, ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਦੋ ਪਾਸੇ ਦੀ। ਇੱਕ ਉਹ ਹੇਮਕੁੰਟ ਪਰਬਤ ਹੈ ਜਹਾਂ, ਇੱਕ ਉਹ ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਫਿਰ ਉਹ ਪਰਮੇਸ਼ਰ ਪ੍ਰਸੰਨ ਹੋਇਆ ਉਹਨਾਂ ਦੀ ਭਗਤੀ ਤੋਂ ਤੇ ਮੇਰੀ ਭਗਤੀ ਤੋਂ, ਤਾਂ ਜਾ ਕਰਕੇ ਮੇਰਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਰਸਾ ਦਿੱਤਾ, ਇਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹ ਪਰਮੇਸ਼ਰ ਆਪ ਇਸ ਸੰਸਾਰ ਦੇ ਵਿੱਚ ਆਇਆ ਹੈ, ਕਿਸੇ ਤਰ੍ਹਾਂ ਦਾ ਗੁਰੂ ਕੇ ਸਿੱਖੋ ਭੁਲੇਖਾ ਨਾ ਰਹਿ ਜਾਵੇ। ਇਹੋ ਜਿਹੇ ਪਰਮੇਸ਼ਰ ਨੂੰ ਛੱਡ ਕਰਕੇ ਹੋਰਾਂ ਦਰਾਂ ਦੇ ਉੱਪਰ ਜਾਵਾਂਗੇ ਤੇ ਮਿਲਣਾ ਕੁਝ ਨਹੀਂ। ਮੈਂ ਜ਼ਰੂਰ ਕਹਾਂਗਾ ਅੰਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਲਿਖੇ ਨੇ ਨਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਉਸ ਧਰਤੀ ਨੂੰ ਯਾਦ ਕਰਕੇ ਲਿਖੇ ਨੇ ਜਿਸ ਧਰਤੀ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੋਂ 50 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਫਿਰ ਆਪ 50 ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਸਾਡਾ ਛੁਟਕਾਰਾ ਉਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਅਸੀਂ ਗੁਰੂ ਵਾਲੇ ਨਹੀਂ ਬਣ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਹਦੇ ਵਿੱਚ ਦੇਰ ਨਹੀਂ ਕਰਨੀ ਚਾਹੀਦੀ, ਕਿਉਂਕਿ ਸਵਾਸਾਂ ਦਾ ਪਤਾ ਨਹੀਂ ਹੁਣ ਆਏ ਜਾਂ ਨਾ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ। ਵੱਧ ਤੋਂ ਵੱਧ ਅੰਮ੍ਰਿਤਧਾਰੀ ਬਣੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੰਨੇ ਵਚਨਾਂ ਦੇ ਨਾਲ ਦਾਸ ਕਿਮਾਂ ਦਾ ਜਾਚਕ ਹੈ। ਵਿਚਾਰ ਕਰਦਿਆਂ ਬੋਲਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਸਾਧ ਸੰਗਤ ਬਖਸ਼ਣਹਾਰ ਹੈ। ਬਖਸ਼ ਲੈਣਾ, ਅਸੀਸਾਂ ਦੇਣੀਆਂ ਗੁਰੂ ਪਿਆਰਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।